ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹ ਸਿਖ ਸੰਗਤ ਕੋ ਹੋਏ ਮੇਲਾ, ਸਤਤ ਸੁਨਾਏ ਸੋ ਤਾਲ ਸੁਹੇਲਾ। ਅਤ ਰਮਣੀਕ ਬਣੀ ਜਹ ਸ਼ੋਭਾ, ਦੇਖਤ ਜਿਸ ਹੈ ਨਾ ਕਹਿ ਮਨ ਲੋਭਾ। ਜਹ ਸਿਖ ਸੰਗਤ ਕੋ ਹੋਏ ਮੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਕੋਟ ਬ੍ਰਹਮੰਡਾਂ ਦੇ ਮਾਲਕ ਸਾਹਿਬੇ ਕਮਾਲ, ਵਾਲੀ ਕੁਲ ਆਲਮ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ। ਪੀਰ ਆਨ ਪੀਰ, ਗੁਰ ਆਨ ਗੁਰੂ, ਪ੍ਰਤੱਖ ਗੁਰੂ, ਸਮਰੱਥ ਗੁਰੂ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਭਾਇਮਾਨ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਿਆਈ ਦੇ ਪਾਤਰ ਹੋ ਆਪ ਜੀ, ਜਿਨ੍ਹਾਂ ਨੇ ਆਪਣੇ ਨਿਤ ਦੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਜਸ ਹਰੀ ਜਸ ਸਰਵਣ ਕਰਕੇ ਆਪ ਜੀ ਮਨੁੱਖਾ ਜੀਵਨ ਦੇ ਬਹੁਮੁੱਲੇ ਪਲਾਂ ਨੂੰ ਸਫਲਿਆਂ ਬਣਾਉਂਦੇ ਹੋ। ਸਤਿਗੁਰੂ ਜੀ ਮਿਹਰਾਮਤ ਕਰਨਾ ਆਪ ਜੀ ਦਾ ਇਹ ਨੇਮ ਪ੍ਰੇਮ ਗੁਰੂ ਚਰਨਾਂ ਦੇ ਨਾਲ ਇਸੇ ਤਰ੍ਹਾਂ ਬਣਿਆ ਰਹੇ। ਅੰਮ੍ਰਿਤ ਬਾਣੀ ਦੇ ਅੰਮ੍ਰਿਤਮय ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਉਪਰੰਤ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਵਿਚਾਰ ਦੇ ਅਨੁਸਾਰ ਕਰਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਜਿਸ ਵੇਲੇ ਸਰੋਵਰ ਤਿਆਰ ਹੋ ਜਾਂਦਾ, ਤਾਲ ਦੀਆਂ ਪੌੜੀਆਂ ਪੱਕੀਆਂ ਬਣ ਜਾਂਦੀਆਂ ਨੇ, ਸਰੋਵਰ ਅੰਦਰ ਜਲ ਭਰ ਦਿੱਤਾ ਜਾਂਦਾ ਹੈ, ਸਿੱਖ ਸੰਗਤਾਂ ਆਉਂਦੀਆਂ ਇਸ਼ਨਾਨ ਕਰਦੀਆਂ ਪਰਿਕਰਮਾ ਕਰਦੀਆਂ, ਸਤਿਗੁਰੂ ਦੀ ਬਾਣੀ ਦਾ ਜਾਪ ਕਰਦੀਆਂ ਪਾਠ ਕਰਦੀਆਂ, ਮਨ ਦੀਆਂ ਭਾਵਨਾਵਾਂ ਨੂੰ ਭਾਗ ਲੱਗਦੇ ਨੇ। ਮਨ ਕਰਕੇ ਤਨ ਕਰਕੇ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਉਹ ਜਿਹੜੇ ਇੱਕ ਵਾਰੀ ਦਰਸ਼ਨ ਕਰਕੇ ਜਾਂਦੇ ਨੇ, ਇਸ਼ਨਾਨ ਕਰਕੇ ਜਾਂਦੇ ਨੇ, ਉਹ ਪਰ ਜਿੱਥੇ ਵੀ ਚਾਰ ਸਿੱਖ ਉਹਨਾਂ ਨੂੰ ਮਿਲਦੇ ਨੇ, ਇਕੱਠੇ ਹੁੰਦੇ ਨੇ, ਉਹਨਾਂ ਨੂੰ ਜਾ ਕੇ ਦੱਸਦੇ ਨੇ ਕਿ ਭਾਈ ਗੁਰੂ ਮਹਾਰਾਜ ਜੀ ਨੇ ਬਹੁਤ ਆਲਾ ਤਾਲ ਬਣਵਾਇਆ ਏ, ਸਰੋਵਰ ਅੰਦਰ ਜਲ ਭਰ ਦਿੱਤਾ ਗਿਆ ਹੈ, ਸੰਗਤਾਂ ਬਹੁਤ ਜਾ ਰਹੀਆਂ ਨੇ, ਅਸੀਂ ਵੀ ਜਾ ਕੇ ਆਏ ਹਾਂ, ਦਰਸ਼ਨ ਕਰਕੇ ਆਏ ਹਾਂ ਤੇ ਬੜਾ ਆਨੰਦ ਹੈ, ਤੁਸੀਂ ਵੀ ਜਾਓ। ਜਦੋਂ ਪਿਆਰਿਓ ਸਰਵਣਾਂ ਦੇ ਨਾਲ ਕਿਸੇ ਦੀ ਰਸਨਾ ਤੋਂ ਕੋਈ ਉਸਤਤ ਸੁਣਦਾ, ਵਡਿਆਈ ਸੁਣਦਾ, ਪਰ ਉਹ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦਾ ਹੈ। ਰੌਣਕਾਂ ਲੱਗਦੀਆਂ, ਸੰਗਤਾਂ ਕਿਵੇਂ ਆਉਂਦੀਆਂ ਕਿਵੇਂ ਜਾਂਦੀਆਂ, ਕਿਵੇਂ ਫਿਰ ਅਗਾਂਹ ਸਤਿਗੁਰੂ ਮਹਾਰਾਜ ਜੀ ਰਹਿਮਤਾਂ ਕਰਦੇ ਨੇ ਅੱਗੇ ਦੀ ਵਾਰਤਾ ਨੂੰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ ਇਸ ਤਰ੍ਹਾਂ ਤਰਜ਼ੇ ਬਿਆਨ ਕਰਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹ ਸਿੱਖ ਸੰਗਤ ਕੋਇ ਹੋਏ ਮੇਲਾ, ਸਤਿ ਸੁਨਾਏ ਸੋ ਤਾਲ ਸੁਹੇਲਾ। ਜਿੱਥੇ ਵੀ ਸੰਗਤਾਂ ਦਾ ਕੋਈ ਜੋੜ ਮੇਲ ਹੁੰਦਾ, ਇਕੱਠ ਹੁੰਦਾ, ਜਿੱਥੇ ਵੀ ਸੰਗਤਾਂ ਦੀ ਇਕੱਤਰਤਾ ਹੁੰਦੀ ਹੈ, ਆਪਸ ਵਿੱਚ ਰਲ ਬੈਠਦੀਆਂ ਨੇ, ਤੇ ਜਿਹੜੇ ਇਸ਼ਨਾਨ ਕਰਕੇ ਗਏ ਨੇ, ਦਰਸ਼ਨ ਪਾ ਕੇ ਗਏ ਨੇ, ਸਤਿਗੁਰੂ ਦੀ ਬਾਣੀ ਦਾ ਜਾਪ ਕਰਕੇ ਗਏ ਨੇ, ਉਹ ਪਰ ਜਾ ਕੇ ਉਸਤਤੀ, ਉਹ ਜਾ ਕੇ ਮਹਿਮਾ ਇਸ ਪਾਵਨ ਅਸਥਾਨ ਦੀ ਹੋਰਨਾਂ ਨੂੰ ਦੱਸਦੇ ਹਨ ਜੀ। ਆਤਰ ਮਣੀਕ ਬਣੀ ਜੇ ਸ਼ੋਭਾ, ਦੇਖਤ ਜਿਸਹਿ ਨਾ ਕਹੇ ਮਨ ਲੋਭਾ। ਤੇ ਉਹ ਜਿਹੜਾ ਉਸਤਤ ਕਰਨ ਵਾਲਾ ਹੈ, ਉਪਮਾ ਕਰਨ ਵਾਲਾ, ਉਹ ਕਹਿੰਦਾ ਹੈ ਕਿ ਪਿਆਰਿਓ ਆਤਰ ਮਣੀਕ ਬਣੀ ਜੇ ਸ਼ੋਭਾ, ਗੁਰੂ ਮਹਾਰਾਜ ਜੀ ਨੇ ਐਸਾ ਸਥਾਨ ਤਿਆਰ ਕਰਵਾਇਆ ਏ ਕਿ ਜਿਹਦੀ ਸ਼ੋਭਾ ਜਿਹੜੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ।
ਬਸ ਇਹੋ ਕਹਿ ਸਕਦੇ ਆ, ਕਹੇ ਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਪਿਆਰਿਓ, ਜਾ ਕੇ ਇੱਕ ਵਾਰੀ ਦਰਸ਼ਨ ਤਾਂ ਕਰੋ, ਤੇ ਜਿਹੜਾ ਵੀ ਜਾ ਕੇ ਦੀਦਾਰ ਪਾਉਂਦਾ ਏ, ਜਾ ਕੇ ਉਸ ਮਹਾਨ ਪਵਿੱਤਰ ਸਥਾਨ ਤੇ ਸੀਸ ਨਵਾਉਂਦਾ ਹੈ, ਜੋ ਜਾ ਕੇ ਇਸ਼ਨਾਨ ਕਰਦਾ ਹੈ, ਸਤਿਗੁਰੂ ਦੀ ਬਾਣੀ ਪੜ੍ਹਦਾ ਹੈ, ਸੁਣਦਾ ਹੈ, ਉਹਦਾ ਮਨ ਲੁਭਾਏ ਮਾਨ ਹੋ ਜਾਂਦਾ ਹੈ, ਮਨ ਮੋਹਿਆ ਜਾਂਦਾ ਹੈ, ਮਨ ਉਸ ਥਾਨ ਦਾ ਭਵਰਾ ਬਣ ਜਾਂਦਾ ਹੈ ਜੀ। ਆਪ ਸਤਿਗੁਰੂ ਕਾਰ ਕਰਾਵੈ, ਮੱਜਨ ਕੋ ਫਲ ਘਣੋ ਸੁਣਾਵੈ। ਸਤਿਗੁਰੂ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਆਪ ਪ੍ਰੇਰਨਾ ਦੇ ਦੇ ਕੇ, ਸੰਗਤਾਂ ਨੂੰ ਉਪਦੇਸ਼ ਦੇ ਦੇ ਕੇ, ਆਪਣੀ ਨਿਗਰਾਨੀ ਦੇ ਹੇਠ ਸੇਵਾ ਕਰਵਾ ਰਹੇ ਨੇ। ਤੇ ਨਾਲ ਉਹ ਜਿਹੜੀ ਥਾਂ ਹੈ, ਉਹ ਜਿਹੜੀ ਜਗ੍ਹਾ ਇੰਨੀ ਮਹਾਨ ਪਾਕ ਪੁਨੀਤ, ਨਾਲ ਉਹਦੀ ਮਹਿਮਾ ਵੀ ਦੱਸਦੇ ਨੇ। ਉਸ ਜਗ੍ਹਾ ਦੀਆਂ ਬਰਕਤਾਂ ਵੀ ਗੁਰੂ ਮਹਾਰਾਜ ਦਰਸਾਉਂਦੇ ਹਨ ਜੀ। ਪਸਰਿਓ ਸੋ ਜਸ ਦੇਸ਼ ਪਰਦੇਸ਼, ਸੁਣ ਸੁਣਿਆ ਮੈਂ ਸਿੱਖ ਵਿਸ਼ੇਸ਼। ਥੋੜੇ ਹੀ ਸਮੇਂ ਦੇ ਅੰਦਰ ਪਿਆਰਿਓ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਜੋ ਜਸ ਹੈ, ਦੇਸਾਂ ਵਿਦੇਸਾਂ ਦੇ ਵਿੱਚ ਫੈਲ ਜਾਂਦਾ ਹੈ, ਪਸਰ ਜਾਂਦਾ ਹੈ। ਜਿਵੇਂ ਪਿਆਰਿਓ, ਚੰਦਨ ਦੀ ਮਹਿਕ ਦੇ ਨਾਲ ਸਾਰਾ ਜਿਹੜਾ ਜੰਗਲ ਹੈ, ਬਨ ਹੈ, ਮਹਿਕਦਾਰ ਹੋ ਜਾਂਦਾ ਹੈ, ਮਹਿਕ ਉੱਠਦਾ ਹੈ। ਜਿਵੇਂ ਚੰਦਨ ਦੀ ਖੁਸ਼ਬੂ ਹਵਾ ਦੇ ਨਾਲ ਮਿਲ ਕੇ ਦੂਰ ਦੂਰ ਤੱਕ ਜਾਂਦੀ ਏ, ਹਰ ਇੱਕ ਨੂੰ ਮਹਿਕਾ ਦਿੰਦੀ ਹੈ। ਇਸੇ ਤਰ੍ਹਾਂ ਪਿਆਰਿਓ, ਸਿੱਖ ਜਿਹੜੇ ਦੀਦਾਰ ਕਰਕੇ ਜਾਂਦੇ ਨੇ, ਉਹ ਫਿਰ ਜਦੋਂ ਜਾਂਦੇ ਨੇ ਗੁਰੂ ਘਰ ਦੀ ਉਪਮਾ ਕਰਦੇ ਨੇ, ਤੇ ਦੇਸਾਂ ਵਿਦੇਸਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਤਾਲ ਸਾਹਿਬ ਜੀ ਦੀ ਸੋਭਾ ਪਸਰ ਜਾਂਦੀ ਹੈ। ਤੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਫਿਰ ਦਰਸ਼ਨ ਦੀਦਾਰ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਪਹੁੰਚਦੀਆਂ ਹਨ ਜੀ। ਇੱਕ ਦਰਸ਼ਨ ਕੀ ਕਾਂਖਾ ਘਣੀ, ਦੁਤੀਏ ਸਰ ਕੀ ਉਹ ਤਤ ਸੁਣੀ। ਇੱਕ ਤਾਂ ਪਿਆਰਿਓ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਦੀ ਸੰਗਤਾਂ ਦੇ ਮਨਾਂ ਦੇ ਵਿੱਚ ਵੈਸੇ ਬੜੀ ਚਾਹਨਾ ਹੈ, ਵੈਸੇ ਬਹੁਤ ਇੱਛਾ ਹੈ। ਸਿੱਖ ਭਾਵੇਂ ਦੂਰ ਦੁਰਾਡੇ ਬੈਠਾ ਏ, ਤਨ ਕਰਕੇ ਸਤਿਗੁਰਾਂ ਤੋਂ ਦੂਰ ਏ, ਲੇਕਿਨ ਮਨ ਕਰਕੇ ਉਹਦੀ ਭਾਵਨਾ ਇਹੀ ਹੁੰਦੀ ਏ ਕਿ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਮਨ ਵਿੱਚ ਉਹਦੇ ਲਾਲਸਾ ਹੁੰਦੀ ਏ ਕਿ ਕਦੇ ਮੌਕਾ ਮਿਲੇ ਸਤਿਗੁਰੂ ਜੀ ਦੇ ਮੈਂ ਦੀਦਾਰ ਪਾ ਕੇ ਆਵਾਂ। ਇੱਕ ਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਹੈ, ਤੇ ਦੂਸਰਾ ਫਿਰ ਸਰੋਵਰ ਦੀ ਮਹਿਮਾ ਜਦੋਂ ਸੰਗਤਾਂ ਸੁਣਦੀਆਂ ਨੇ, ਤੇ ਉਹ ਜਿਹੜੀ ਸ੍ਰੀ ਅੰਮ੍ਰਿਤਸਰ ਆਉਣ ਦੀ ਖਿੱਚ ਹੋਰ ਦੂਣ ਸਵਾਈ ਹੋ ਜਾਂਦੀ ਹੈ, ਉਹ ਪਿਆਸ ਹੋਰ ਵੱਧ ਜਾਂਦੀ ਹੈ। ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਕਿ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਕਹਿੰਦੇ ਜਿਵੇਂ ਜਿਵੇਂ ਮੈਂ ਜਪਨਾ ਵਾਂ, ਸਿਮਰਨ ਕਰਨਾ ਵਾਂ, ਨਾਮ ਜਲ ਪੀਣਾ ਵਾਂ, ਤਿਵੇਂ ਤਿਵੇਂ ਪਿਆਸ ਹੋਰ ਵੱਧਦੀ ਹੈ ਕਿ ਹੋਰ ਜਪਾਂ। ਇਸੇ ਤਰ੍ਹਾਂ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਤਾਂ ਪਹਿਲਾਂ ਹੀ ਲਾਲਸਾ, ਪਹਿਲਾਂ ਹੀ ਤਾਂਘ ਹੈ, ਅੰਦਰ ਪਿਆਸ ਹੈ ਸਤਿਗੁਰੂ ਜੀ ਦੇ ਦੀਦਾਰਿਆਂ ਦੀ, ਤੇ ਦੂਸਰਾ ਜਦੋਂ ਸਰੋਵਰ ਦੀ ਮਹਿਮਾ ਸੁਣਦੇ ਨੇ, ਗੁਰੂ ਕੀਆਂ ਵਡਿਆਈਆਂ ਸੁਣਦੇ ਨੇ, ਉਹ ਥਾਂ ਦੀਆਂ ਬਰਕਤਾਂ ਬਾਰੇ ਸੁਣਦੇ ਨੇ, ਤੇ ਉਹ ਜਿਹੜੀ ਲਾਲਸਾ ਪਿਆਸ ਹੋਰ ਵੱਧ ਜਾਂਦੀ ਹੈ ਜੀ। ਚਿਤ ਮੈਂ ਚਾਂਪ ਅਦਕ ਕਰ ਆਵੈਂ, ਸਰ ਇਸ਼ਨਾਨ ਕਰ ਔਰ ਹਰ ਖਾਵੈਂ। ਮਨ ਦੇ ਅੰਦਰ ਬੜਾ ਪਿਆਰ ਲੈ ਕੇ, ਸ਼ਰਧਾ ਲੈ ਕੇ, ਭਾਵਨਾ ਲੈ ਕੇ ਸਿੱਖ ਫਿਰ ਇੱਥੇ ਆਉਂਦੇ ਨੇ। ਪਿਆਰਿਓ, ਜਿਵੇਂ ਤਾਲ ਦੇ ਅੰਦਰ ਜਲ ਭਰਿਆ ਹੋਇਆ ਹੈ, ਇਸੇ ਤਰ੍ਹਾਂ ਜਿਹੜੇ ਸਿੱਖ ਨੇ ਉਹਨਾਂ ਦੇ ਹਿਰਦੇ ਵਿੱਚ ਸਤਿਗੁਰਾਂ ਦਾ ਪ੍ਰੇਮ ਵੀ ਭਰਿਆ ਹੋਇਆ ਹੈ। ਜਿਵੇਂ ਬਾਹਰ ਤਾਲ ਜਲ ਨਾਲ ਭਰਪੂਰ ਹੈ, ਜਿਹੜੇ ਸਿੱਖ ਨੇ ਉਹਨਾਂ ਦੇ ਹਿਰਦਿਆਂ ਦਾ ਜਿਹੜਾ ਤਾਲ ਹੈ, ਸਰੋਵਰ ਹੈ, ਉਹ ਗੁਰੂ ਦੀ ਸ਼ਰਧਾ ਭਾਵਨਾ ਦੇ ਨਾਲ ਵੀ ਭਰਿਆ ਹੋਇਆ ਹੈ। ਪ੍ਰੇਮ ਤੇ ਸ਼ਰਧਾ ਭਰੇ ਹਿਰਦੇ ਲੈ ਕੇ ਗੁਰੂ ਕੇ ਸਿੱਖ ਇੱਥੇ ਆਉਂਦੇ ਨੇ, ਆਣ ਕੇ ਜਲ ਵਿੱਚ ਸਰੋਵਰ ਦੇ ਇਸ਼ਨਾਨ ਕਰਦੇ ਨੇ, ਉਰਖ ਹਰਖਾਵੇਂ ਬੜੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਹਨ ਜੀ।
दर्शहें सतगुर को सुख पाए, अनक भांत को सो जस सुनाए। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਆਣ ਕੇ ਦੀਦਾਰ ਕਰਦੇ ਨੇ, ਦਰਸ਼ਨ ਕਰਦੇ ਨੇ ਤੇ ਸਾਹਿਬ ਦੇ ਦਰਸ਼ਨ ਕਰਦਿਆਂ ਫਿਰ ਅੰਦਰੋਂ ਆਵਾਜ਼ ਨਿਕਲਦੀ ਏ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਤਿਗੁਰੂ ਆਪ ਜੀ ਦੇ ਦੀਦਾਰ ਪਾਏ ਨੇ, ਅੰਦਰ ਨੂੰ ਬੜਾ ਸੁਖ ਮਿਲਿਆ, ਬੜਾ ਟਿਕਾ ਮਿਲਿਆ। ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਸੁਖ ਮਿਲਦਾ। ਅਨੇਕ ਤਰੀਕਿਆਂ ਦੇ ਨਾਲ ਫਿਰ ਗੁਰੂ ਕੀ ਉਸਤਤੀ, ਸਤਿਗੁਰੂ ਜੀ ਦੀ ਉਪਮਾ, ਗੁਰੂ ਕਾ ਜਸ ਉਹ ਗਾਉਂਦੇ ਹਨ ਜੀ। ਜਗ ਸਾਗਰ ਦੁਸ਼ਤਰ ਬੜ ਦਾਰਨ, ਤਿਸ ਤੇ ਆਪਣੇ ਦਾਸ ਉਬਾਰਨ। ਤੇ ਫਿਰ ਸਿੱਖ ਆਪਸ ਦੇ ਵਿੱਚ ਜਦੋਂ ਰਲ ਮੈਟ ਬੈਠਦੇ ਨੇ, ਜੁੜ ਬੈਠਦੇ ਨੇ ਤੇ ਗੱਲਾਂ ਕਰਦੇ ਨੇ, ਕਹਿੰਦੇ ਨੇ ਇਹ ਸੰਸਾਰ ਸਮੁੰਦਰ ਬੜਾ ਭਿਆਨਕ ਹੈ, ਇਹ ਬੜਾ, ਇਹਨੂੰ ਤਰਨਾ ਬਹੁਤ ਵਿਖੜਾ ਹੈ, ਬੜਾ ਮੁਸ਼ਕਲ ਹੈ, ਇਹ ਬੜਾ ਡਰਾਵਣਾ ਹੈ, ਇਹਨੂੰ ਤਰਨਾ ਪਾਰ ਕਰਨਾ ਬੜਾ ਕਠਿਨ ਹੈ। ਆਪਸ ਵਿੱਚ ਗੱਲਾਂ ਕਰਦੇ ਨੇ। ਪਰ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਏ, ਆਪਣੇ ਸੇਵਕਾਂ ਨੂੰ ਇਸ ਭਾਵ ਸਾਗਰ ਤੋਂ ਸਤਿਗੁਰੂ ਜੀ ਪਾਰ ਲਗਾਉਂਦੇ ਪਏ ਨੇ। ਉਹ ਸੰਗਤਾਂ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ ਪਾਰ ਕਰਨ ਦੇ ਲਈ ਮਹਾਰਾਜ ਨੇ ਇਥੇ ਮਹਾਨ ਇਹ ਥਾਨ ਰਚਿਆ ਹੈ। ਤਾਂ ਹੀ ਆਪ ਜੀ ਨੇ ਬਚਨ ਸਰਵਣ ਕੀਤੇ, ਤਤ ਵਿਚਾਰ ਯਹ ਮਥਰਾ ਜਗਤਾਰਨ ਕੋ ਅਵਤਾਰ ਬਣਾਇਓ। ਕਹਿਣ ਲੱਗੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਪਰਮਾਤਮਾ ਨੇ ਪਿਆਰੋ ਜੀ ਅਵਤਾਰ ਬਣਾਇਆ, ਕਾਹਦੇ ਲਈ? ਜਗ ਤਾਰਨ ਕੋ, ਸਾਰੇ ਜਗ ਦਾ ਪਾਰ ਉਤਾਰਾ ਕਰਨ ਵਾਸਤੇ। ਸਿੱਖ ਆਖਦੇ ਨੇ ਕਿ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਇਹ ਜਿਹੜਾ ਸੰਸਾਰ ਸਾਗਰ ਨਾ ਤਰਿਆ ਜਾਣ ਵਾਲਾ, ਜੋ ਬੜਾ ਡਰਾਉਣਾ ਹੈ, ਭਿਆਨਕ ਹੈ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਸੇਵਕਾਂ ਨੂੰ ਪਾਰ ਲਗਾ ਦਿੰਦੇ ਨੇ। ਤਾਂ ਹੀ ਸਾਹਿਬ ਨੇ ਬਾਣੀ 'ਚ ਕਿਹਾ ਕਿ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨਮੈ ਤਾਰਾ ਜੀ। ਕਰਿਓ ਸਭਨ ਪਰ ਬੜ ਉਪਕਾਰਾ, ਧੰਨ ਧੰਨ ਗੁਰ ਸਿੱਖ ਦਾਤਾਰਾ। ਕਹਿੰਦੇ ਨੇ ਸਤਿਗੁਰੂ ਜੀ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਮਾਨਵਤਾ ਦੇ ਭਲੇ ਦੇ ਲਈ, ਸਮੁੱਚੇ ਸੰਸਾਰ ਦੇ ਭਲੇ ਦੇ ਲਈ ਉਹਨਾਂ ਨੇ ਬੜੀ ਕਿਰਪਾ ਕੀਤੀ ਏ। ਕਹਿੰਦੇ ਨੇ ਇਹ ਗੁਰੂ ਮਹਾਰਾਜ ਧੰਨ ਨੇ, ਸਿੱਖਾਂ ਦੇ ਦਾਤੇ ਧੰਨ ਨੇ। ਸਾਰੇ ਸਿੱਖ ਆਖਦੇ ਨੇ ਭਾਈ ਐਸੇ ਗੁਰੂ ਜੀ ਨੂੰ ਆਖੋ, ਸਭ ਆਖੋ ਧੰਨ 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 ਗੁਰ ਸੋਈ ਗੁਰੂ ਧੰਨ ਹੈ, ਗੁਰੂ ਧੰਨ ਹੈ। ਸਾਰੇ ਗੁਰੂ ਕੀ ਵਡਿਆਈ ਕਰਦੇ ਹਨ ਜੀ। ਇਤਿਆਦਿਕ ਜਸ ਜਗ ਮਹਿ ਭਇਓ, ਦੂਨ ਚਗੁਣਾ ਹੋਏ ਨਿਤ ਨਇਓ। ਇਸ ਤਰ੍ਹਾਂ ਸਾਰੇ ਜਗਤ ਵਿੱਚ ਇਸ ਜਗ੍ਹਾ ਦੀ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਮਹਿਮਾ ਫੈਲਦੀ ਜਾ ਰਹੀ ਹੈ, ਦੂਰ ਦੂਰ ਤੱਕ ਪਸਰਦੀ ਜਾ ਰਹੀ ਹੈ ਤੇ ਦਿਨ ਪ੍ਰਤੀ ਦਿਨ ਇਹ ਦੂਣੀ ਚੌਗਣੀ ਹੋ ਰਹੀ ਹੈ। ਦੂਨ ਚੌਗੁਣਾ ਹੋਏ ਨਿਤ ਨਇਓ। ਕਹਿਣ ਲੱਗੇ ਇਹ ਨਿਤ ਦੁਗਣਾ ਚੌਗਣਾ ਹੋ ਕੇ ਸਤਿਗੁਰਾਂ ਦਾ ਪ੍ਰਤਾਪ ਦਿਨੋਂ ਦਿਨ ਵੱਧ ਜਾਂਦਾ ਹੈ ਜੀ। ਕੇਤਕ ਕਾਲ ਸਰ ਮਹਿ ਜੜ ਰਹਿਓ, ਬਹੁਰੋ ਸੋਖ ਸਰਬਨੇ ਲਹਿਓ। ਪਰ ਹੋਇਆ ਕਿ ਇੱਕ ਦਿਨ ਸਿੱਖ ਬੜੇ ਹੈਰਾਨ ਹੋ ਗਏ, ਦੰਗ ਰਹਿ ਗਏ। ਕੀ ਦੇਖਿਆ ਵੀ ਕੁਝ ਕੋ ਦਿਨ ਤਾਂ ਜਿਹੜਾ ਤਾਲ ਸਰੋਵਰ ਸੀ ਉਹ ਪਾਣੀ ਦੇ ਨਾਲ ਭਰਿਆ ਰਿਹਾ, ਕੁਝ ਸਮੇਂ ਤੱਕ ਤਾਂ ਜਿਹੜਾ ਇਹ ਪਾਣੀ ਖੜਾ ਰਿਹਾ, ਪਰ ਲੇਕਿਨ ਫਿਰ ਸਾਰਿਆਂ ਨੇ ਵੇਖਿਆ ਵੀ ਇੱਕਦਮ ਜਿਹੜਾ ਪਾਣੀ ਸਾਰੇ ਦਾ ਸਾਰਾ ਉਹ ਸੁੱਕ ਜਾਂਦਾ ਹੈ। ਸਾਰੇ ਦਾ ਸਾਰਾ ਪਾਣੀ ਜਿਹੜਾ ਉਹ ਜ਼ਮੀਨ ਪੀ ਜਾਂਦੀ ਹੈ, ਤਾਲ ਬਿਲਕੁਲ ਇਵੇਂ ਖਾਲੀ ਹੋ ਜਾਂਦਾ ਹੈ ਜੀ। ਸ਼੍ਰੀ ਅਰਜਨ ਕੇ ਢਿਗ ਸਿਖ ਸਾਰੇ, ਸੰਪ੍ਰਮ ਯੁਤ ਕਰ ਹੋਰ ਉਚਾਰੇ। ਸਾਰੇ ਸਿੱਖ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਸ ਗਏ ਨੇ ਤੇ ਜਾ ਕੇ ਕਾਹਲੀ ਨਾਲ ਹੈਰਾਨ ਹੋਇਆ ਨੇ, ਹੱਥ ਜੋੜ ਸਾਹਿਬ ਦੇ ਸਨਮੁਖ ਬੇਨਤੀ ਕੀਤੀ ਹੈ ਜੀ। ਬਣਿਓ ਬਣਾਇਓ ਨਿਸ਼ਫਲ ਹੋਏ, ਬੀਚ ਨ ਠਹਿਰ ਸਕੈ ਜਲ ਜੋਏ। ਕਹਿਣ ਲੱਗੇ ਮਹਾਰਾਜ ਇੰਨਾ ਸਮਾਂ ਲੱਗਿਆ, ਇਹਨੇ ਕਾਰੀਗਰ ਲੱਗੇ, ਇੰਨੀਆਂ ਸੰਗਤਾਂ ਲੱਗੀਆਂ, ਇੰਨੀ ਸੇਵਾ ਹੋਈ, ਇੰਨਾ ਖਰਚਾ ਵੀ ਹੋਇਆ, ਮਹਾਰਾਜ ਗੱਲ ਤੇ ਬਣੀ ਕੋਈ ਨਹੀਂ। ਸਤਿਗੁਰ ਕਹਿੰਦੇ ਕੀ ਹੋਇਆ?
ਸਾਹਿਬ ਜੀ ਪਾਣੀ ਤੋਂ ਉੱਥੇ ਰੁਕਿਆ ਹੀ ਨਹੀਂ ਹੈ। ਜਿਹੜਾ ਜਲ ਕੁਝ ਦਿਨ ਉੱਥੇ ਆਪਾਂ ਦੇਖਿਆ, ਇਸ਼ਨਾਨ ਵੀ ਕੀਤਾ ਮਹਾਰਾਜ, ਹੁਣ ਇੱਥੇ ਇੱਕ ਬੂੰਦ ਵੀ ਨਹੀਂ ਰਹਿ ਗਈ। ਸਾਰਾ ਜਿਹੜਾ ਜਲ ਹੈ ਮਹਾਰਾਜ ਉਹ ਤੇ ਉਹ ਸਰੋਵਰ ਦੇ ਜਿਹੜਾ ਹੇਠਾਂ ਤਲਾ ਉਹ ਸਾਰਾ ਸਮਾ ਚੁੱਕਾ ਹੈ ਮਹਾਰਾਜ। ਜਲ ਤੇ ਉੱਥੇ ਰਿਹਾ ਨਹੀਂ, ਸਾਰਾ ਉਸਨੇ ਸੋਖ ਲਿਆ ਹੈ ਜੀ। ਏਤਕ ਤਾਲ ਰਹੇ ਇਸ ਭਾਂਤ, ਬਿਨ ਜਲ ਤੇ ਸੂਕੇ ਗਿਰ ਜਾਤ। ਮਹਾਰਾਜ ਜਲ ਰੁਕਿਆ ਹੀ ਨਹੀਂ, ਠਹਿਰ ਹੀ ਨਹੀਂ ਸਕਦਾ ਜੇ, ਤੇ ਸਭ ਕੁਝ ਕੀਤਾ ਕਰਾ ਫਿਰ ਅੰਜਾਈ ਚਲਿਆ ਗਿਆ। ਮਹਾਰਾਜ ਅਸਫਲ ਹੋ ਗਿਆ ਦਾਤਾ ਜੀ। ਇਸੇ ਤਰ੍ਹਾਂ ਜਿਹੜੇ ਕਈ ਤਾਲ ਨੇ, ਕਈ ਸਰੋਵਰ ਨੇ, ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਰੁਕਦਾ, ਪਾਣੀ ਨਹੀਂ ਨਾ ਠਹਿਰਦਾ, ਜਲ ਤੋਂ ਬਿਨਾਂ ਜਿਹੜੇ ਸੁੱਕ ਜਾਂਦੇ ਨੇ, ਇੱਕ ਦਿਨ ਫਿਰ ਉਹ ਉਖੜ ਜਾਂਦੇ ਨੇ, ਉਹ ਢਹਿ ਜਾਂਦੇ ਨੇ, ਹੌਲੀ ਹੌਲੀ ਉਹ ਖਤਮ ਹੋ ਜਾਂਦੇ ਹਨ ਜੀ। ਰਾਵਰ ਸਰਬ ਰੀਤ ਸਮਰੱਥ, ਜਗ ਸਿਰਜਣ ਭਾਨਣ ਤੁਮ ਹੱਥ। ਮਹਾਰਾਜ ਹੁਣ ਇਹ ਜੋ ਕੁਝ ਹੋਇਆ ਇਹਨੂੰ ਦੂਰ ਕਰਨ ਦਾ ਉਪਾਅ ਮਹਾਰਾਜ, ਜਲ ਕਿਵੇਂ ਠਹਿਰੇਗਾ? ਤੁਸੀਂ ਸਮਰੱਥ ਹੋ, ਸਾਰੀਆਂ ਤਾਕਤਾਂ ਦੇ ਮਾਲਕ ਹੋ, ਭੰਨਣਾ ਘੜਨਾ ਇਹ ਤੁਹਾਡੇ ਹੱਥ ਵਿੱਚ ਹੈ। ਤੁਹਾਡੇ ਕੋਲ ਤੇ ਇੰਨੀ ਤਾਕਤ ਹੈ ਮਹਾਰਾਜ ਕਿ ਰੀਤੇ ਭਰੇ ਭਰੇ ਸੁਖਨਾਮ ਹੈ। ਕਹਿਣ ਲੱਗੇ ਤੁਸੀਂ ਭਰਿਆ ਨੂੰ ਖਿੰਨ ਵਿੱਚ ਖਾਲੀ ਕਰ ਸਕਦੇ ਹੋ, ਤੇ ਜਿਹੜੇ ਖਾਲੀ ਨੇ ਖਿੰਨ ਵਿੱਚ ਉਹਨਾਂ ਨੂੰ ਭਰ ਸਕਦੇ ਹੋ। ਮਹਾਰਾਜ ਤੁਹਾਡੇ ਕੋਲ ਤੇ ਇੰਨੀ ਸਮਰੱਥ ਹੈ ਕਿ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਜਿੱਥੇ ਜਲ ਹੈ ਉੱਥੇ ਮਾਰੂ ਥਲ ਬਣਾ ਸਕਦੇ ਹੋ, ਜਿੱਥੇ ਮਾਰੂ ਥਲ ਹੈ ਤੁਸੀਂ ਉੱਥੇ ਦਰਿਆ ਤੇ ਸਮੁੰਦਰ ਬਣਾ ਸਕਦੇ ਹੋ। ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ। ਸਤਿਗੁਰ ਇਹਦਾ ਹੁਣ ਕੀ ਆਪਾ, ਇਹ ਜਿਹੜਾ ਜਲ ਇਹ ਕਿਵੇਂ ਰੁਕੇਗਾ ਜੀ? ਸੁਣ ਸਿੱਖਣ ਤੇ ਸਤਿਗੁਰ ਪੂਰੇ, ਸ਼੍ਰੀ ਮੁਖ ਤੇ ਭਾਖੇ ਬਚਨ ਰੂਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਕੋਲੋਂ ਜਦੋਂ ਇਹ ਬੇਨਤੀ ਸੁਣੀ, ਉਹਨਾਂ ਦੇ ਬੋਲ ਸੁਣੇ, ਸਾਹਿਬ ਜੀ ਨੇ ਆਪਣੇ ਮੁਖਾਰ ਬਿਨ ਤੋਂ ਇਵੇਂ ਆਖਿਆ ਹੈ ਜੀ। ਇਸ ਤਲਾਬ ਕੋ ਤ੍ਰਿਪਤ ਨ ਹੋਈ, ਰੀਤ ਸ਼ੁਦਾ ਤੁਰ ਸਮਸਰ ਜੋਏ। ਸਤਿਗੁਰੂ ਜੀ ਕਹਿੰਦੇ ਗੱਲ ਏਦਾਂ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਫਿਕਰਮੰਦ ਨਾ ਹੋਵੋ। ਮਹਾਰਾਜ ਕਹਿੰਦੇ ਅਸਲ ਵਿੱਚ ਇਹ ਜਿਹੜਾ ਸਰੋਵਰ ਹੈ, ਜਿਹੜਾ ਤਾਲ ਹੈ, ਇਹਦੀ ਜਿਹੜੀ ਮਿੱਟੀ ਹੈ ਇਹ ਰੇਤਲੀ ਹੈ। ਰੇਤਲੀ ਮਿੱਟੀ ਅੰਦਰ ਜਲ ਪਾਇਆ ਜਾਏ ਤਾਂ ਸੋਖ ਲੈਂਦੀ ਹੈ, ਉੱਥੇ ਪਾਣੀ ਠਹਿਰਦਾ ਨਹੀਂ, ਟਿਕਦਾ ਨਹੀਂ। ਤੇ ਦੂਸਰਾ ਮਹਾਰਾਜ ਨੇ ਇਹ ਵੀ ਸਮਝਾਇਆ, ਅੱਗੇ ਸਤਿਗੁਰੂ ਜੀ ਕਿਰਪਾ ਕਰਨਗੇ ਕਿ ਹੁਣ ਜਲ ਠਹਿਰੇਗਾ ਕਿਵੇਂ? ਸਤਿਗੁਰ ਕਹਿੰਦੇ ਠਹਿਰ ਜਾਏਗਾ, ਇੱਕ ਢੰਗ ਹੈ, ਤਰੀਕਾ ਹੈ ਮਹਾਰਾਜ। ਉਹ ਕਿਹੜਾ ਹੈ ਜੀ? ਸਰ ਸੰਤੋਖ ਥਾਨ ਜਿਸ ਪਾਵਨ, ਤਹ ਕੀ ਕਰੋ ਕਾਰ ਇਤ ਲਿਆਵਨ। ਸਾਹਿਬ ਜੀ ਨੇ ਆਖਿਆ ਵੀ ਐ ਕਰੋ, ਜਿਹੜਾ ਤਾਲ, ਜਿਹੜਾ ਸਰੋਵਰ ਸੰਤੋਖ ਸਰ ਆਪਾਂ ਨੇ ਬਣਾਇਆ, ਉਹਦੀ ਖੁਦਾਈ ਕੀਤੀ ਹੈ, ਉਹਦੀ ਪਕਿਆਈ ਕੀਤੀ ਹੈ, ਜਿਹੜੀ ਉਹਦੀ ਮਿੱਟੀ ਪੱਟ ਕੇ ਬਾਹਰ ਆਪਾਂ ਰੱਖੀ ਹੈ, ਸਤਿਗੁਰ ਕਹਿੰਦੇ ਉਹ ਸਾਰੀ ਲੈ ਕੇ ਆਓ। ਉਹ ਜਿਹੜੀ ਮਿਰਤਕਾ, ਉਹ ਜਿਹੜੀ ਮਿੱਟੀ ਹੈ ਨਾ, ਜਿਹੜੀ ਉੱਥੇ ਕਾਰ ਕੀਤੀ ਹੈ, ਸਾਹਿਬ ਕਹਿੰਦੇ ਉਹ ਲਿਆਉਣੀ ਪੈਣੀ ਹੈ ਜੀ। ਜਿਸ ਮਿਰਤਕਾ ਤੇ ਹੋਏ ਸੰਤੋਸ਼, ਸਗਲ ਬਿਨਾਸੇ ਤ੍ਰਿਸ਼ਨਾ ਦੋਸ਼। ਮਹਾਰਾਜ ਕਹਿਣ ਲੱਗੇ ਜਦੋਂ ਉਹ ਜਿਹੜਾ ਸੰਤੋਖ ਸਰ ਸਰੋਵਰ ਸੀ ਜੀ, ਉਹਦੀ ਜਿਹੜੀ ਮਿੱਟੀ ਸੀ ਉਹ ਸੀ ਬੜੀ ਚੀਕਣੀ। ਇੱਕ ਵਾਰੀ ਪਿਆਰੇ ਜਿਵੇਂ ਉਹ ਮਿੱਟੀ ਪੈ ਜਾਏ ਤੇ ਫਿਰ ਉਹ ਜਿਹੜਾ ਪਾਣੀ ਹੈ ਜਿੰਨਾ ਮਰਜੀ ਇੱਕ ਵਾਰੀ ਜਲ ਭਰ ਦਿੱਤਾ ਜਾਏ ਤੇ ਫਿਰ ਉਹ ਸੋਖਦੀ ਨਹੀਂ। ਉਹ ਜਿਹੜੀ ਚੀਕਣੀ ਮਿੱਟੀ ਹੈ, ਰੇਤਲੀ ਮਿੱਟੀ ਜਲ ਨੂੰ ਸੁੱਕ ਜਾਂਦੀ ਹੈ। ਆਪ ਜੀ ਖੇਤੀਬਾੜੀ ਕਰਨ ਵਾਲੇ ਹੋ ਪਿਆਰੇ, ਜਿਹੜੀ ਰੋਈਆਂ ਹੁੰਦੀਆਂ, ਰੋਈ ਦੀ ਚੀਕਣੀ ਮਿੱਟੀ ਹੁੰਦੀ ਹੈ, ਉੱਥੇ ਪਾਣੀ ਜਲਦੀ ਸੁੱਕਦਾ ਹੀ ਨਹੀਂ। ਜਿੱਥੇ ਮੈਰਾ ਹੋਵੇ ਜਾਂ ਰੇਤਲੀਆਂ ਪੈਲੀਆਂ ਹੋਣ, ਉੱਥੇ ਪਾਣੀ ਮਗਰੋਂ ਲਾਈਦਾ ਤੇ ਸੁੱਕ ਪਹਿਲਾਂ ਜਾਂਦਾ, ਉੱਥੇ ਏਦਾਂ ਹੀ ਚੱਲਦਾ ਜੀ। ਉਹ ਜ਼ਮੀਨ ਪਾਣੀ ਜ਼ਿਆਦਾ ਪੀ ਲੈਂਦੀ ਹੈ, ਜਿਹੜੀ ਰੇਤਲੀ ਜ਼ਮੀਨ ਹੈ। ਇਸੇ ਤਰ੍ਹਾਂ ਪਿਆਰਿਓ ਸਾਹਿਬ ਜੀ ਕਹਿਣ ਲੱਗੇ ਵੀ ਇਥੋਂ ਦੀ ਜਿਹੜੀ ਮਿੱਟੀ ਹੈ ਉਹ ਰੇਤਲੀ ਹੈ, ਉਸ ਨੇ ਇਸ ਜਲ ਨੂੰ ਸੋਖ ਲਿਆ ਹੈ, ਉਹ ਪੀ ਗਈ ਹੈ। ਸੰਤੋਖ ਸਰ ਦੀ ਮਿੱਟੀ ਲਿਆ ਕੇ ਜਦੋਂ ਪਾਵਾਂਗੇ ਉਹ ਚੀਕਣੀ ਮਿੱਟੀ ਹੈ, ਜਦੋਂ ਸਾਰੇ ਸਰੋਵਰ ਦੇ ਵਿੱਚ ਉਹ ਵਿਛਾ ਦਿਆਂਗੇ, ਮਹਾਰਾਜ ਕਹਿੰਦੇ ਜਲ ਠਹਿਰ ਜਾਏਗਾ। ਤੇ ਦੂਸਰਾ ਸਤਿਗੁਰੂ ਜੀ ਨੇ ਇਹ ਸਮਝਾਇਆ ਕਿ ਗੁਰੂ ਕੇ ਸਿੱਖੋ, ਜੇ ਪਰਮਾਤਮਾ ਦੇ ਨਾਮ ਜਲ ਨੂੰ ਆਪਣੇ ਹਿਰਦੇ ਦੇ ਤਾਲ ਵਿੱਚ ਟਿਕਾ ਕੇ ਰੱਖਣਾ ਤੇ ਤੁਹਾਡੇ ਅੰਦਰ ਸੰਤੋਖ ਦਾ ਤਲਾ ਚਾਹੀਦਾ ਏ।
ਸਬਰ ਸੰਤੋਖ ਦੀ ਫਿਰ ਤਹਿ ਚਾਹੀਦੀ ਹੈ, ਤੁਹਾਡੇ ਅੰਦਰ ਸੰਤੋਖ ਚਾਹੀਦਾ, ਸਬਰ ਚਾਹੀਦਾ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਵੇਲੇ ਸਾਡਾ ਹਿਰਦਾ ਨਾਮ ਜਲ ਨਾਲ ਭਰਿਆ ਰਹੇ, ਭਰਿਆ ਰਹੇ, ਸਾਹਿਬ ਕਹਿੰਦੇ ਫਿਰ ਅੰਦਰ ਸੰਤੋਖ ਚਾਹੀਦਾ ਹੈ। ਇਹ ਗੁਰੂ ਸਾਹਿਬ ਨੇ ਸਮਝਾਉਣ ਦਾ ਤਰੀਕਾ ਮੇਰੇ ਸਤਿਗੁਰੂ ਜੀ ਦਾ। ਕਹਿਣ ਲੱਗੇ ਜੇ ਨਾਮ ਜਲ ਟਿਕਾਉਣਾ ਹਿਰਦੇ 'ਚ, ਅੰਦਰ ਸੰਤੋਖ ਚਾਹੀਦਾ ਹੈ। ਇਸ ਕਰਕੇ ਸੰਤੋਖ ਸਰ ਦੀ ਹੁਣ ਮਿੱਟੀ ਉਹ ਲੈ ਕੇ ਆਵੋ ਜੀ। ਬਿਰਧ ਆਦਿਕ ਸਿੱਖ ਸਗਰੇ ਜਾਮ ਹੈ, ਏਕ ਬਾਰ ਜੇ ਤਕ ਧਰ ਲਿਆਮ ਹੈ। ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਹੋਰ ਜਿੰਨੇ ਵੀ ਸਿੱਖ ਨੇ, ਮਹਾਰਾਜ ਕਹਿੰਦੇ ਸਾਰੇ ਜਾਵੋ ਪਿਆਰਿਓ, ਜਿੰਨਾ ਤੁਸੀਂ ਉਥੋਂ ਉਹ ਸੰਤੋਖ ਸਰ ਵਾਲੀ ਮਿੱਟੀ ਲਿਆ ਸਕਦੇ ਹੋ ਉਹ ਲੈ ਕੇ ਆਵੋ ਜੀ। ਸ੍ਰੀ ਅੰਮ੍ਰਿਤਸਰ ਮਹਿ ਸਭ ਪਾਵੋ, ਦਿਹੋ ਸੰਤੋਸ਼ ਜਲ ਕੋ ਠਹਿਰਾਵੋ। ਉਥੋਂ ਦੀ ਮ੍ਰਿਤਕਾ ਉਸ ਤਾਲ ਦੀ ਜਿਹੜੀ ਮਿੱਟੀ ਲਿਆ ਕੇ ਸਾਰੇ ਇਹ ਜਿਹੜਾ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਹੈ ਇਹਦੇ ਅੰਦਰ ਵਿਛਾ ਦਿਓ, ਪਾ ਦਿਓ। ਮਹਾਰਾਜ ਕਹਿੰਦੇ ਜਲ ਰੁਕ ਜਾਏਗਾ। ਦੁਬਾਰਾ ਜਦੋਂ ਜਲ ਨਾਲ ਭਰਾਂਗੇ ਜਲ ਕਦੇ ਸੁੱਕੇਗਾ ਨਹੀਂ, ਉਹ ਭਰਿਆ ਰਹੇਗਾ ਜੀ। ਹੁਣ ਸਤਿਗੁਰ ਤੇ ਵਾਕ ਸੁਹਾਏ, ਸਿੱਖ ਇਕੱਤਰ ਭਏ ਸਮੁਦਾਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਮੁਖਾਰ ਬਿਨ ਤੋਂ ਜਦੋਂ ਪਿਆਰੇ ਇਹ ਸੁਹਾਵਣੇ ਬਚਨ ਸੁਣੇ ਨੇ, ਪਿਆਰੇ ਪਿਆਰੇ ਬੋਲ ਸੁਣੇ ਗੁਰੂ ਕੇ ਸਿੱਖਾਂ ਨੇ, ਸਾਰੇ ਸਿੱਖ ਇਕੱਤਰ ਹੋ ਕੇ ਇਕੱਠੇ ਹੋ ਕੇ ਕਹਿੰਦੇ ਮਹਾਰਾਜ ਇਹ ਕਿਹੜੀ ਗੱਲ ਹੈ, ਅਸੀਂ ਹੁਣੇ ਲੈ ਕੇ ਆਉਨੇ ਆ। ਪਿਆਰਿਓ ਸਾਰਿਆਂ ਕਿਸੇ ਨੇ ਕਈਆਂ ਮੋਢੇ ਤੇ ਰੱਖੀਆਂ, ਕਈਆਂ ਟੋਕਰੇ ਲੈ ਜੀ ਬਾਟੇ ਚੱਕੇ। ਉਸੇ ਵੇਲੇ ਸੰਤੋਖ ਸਰ ਸਾਹਿਬ ਜੀ ਤੋਂ ਪਿਆਰੇ ਉਹ ਮਿੱਟੀ ਲਿਆਉਣ ਵਾਸਤੇ ਚਲੇ ਜਾਂਦੇ ਹਨ ਜੀ। ਮਿਲ ਸੰਤੋਖ ਸਰ ਪਰ ਸਭ ਗਏ, ਤਹ ਕੀ ਮ੍ਰਿਤਕਾ ਲਿਆਵਤ ਭਏ। ਸਾਰੇ ਇਕੱਠੇ ਹੋ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਗਏ, ਭਾਈ ਗੁਰਦਾਸ ਜੀ ਗਏ, ਭਾਈ ਭਗਤੂ ਜੀ ਗਏ, ਭਾਈ ਬਹਿਲੂ ਜੀ ਗਏ, ਸਾਰੇ ਸਿੱਖ ਗਏ। ਪਿਆਰਿਓ ਸੰਗਤਾਂ ਨਾਲ ਗਈਆਂ। ਉਥੇ ਜਦੋਂ ਗਏ ਨੇ ਸੰਤੋਖ ਸਰ, ਉਥੋਂ ਤਹਿ ਕੀ ਮ੍ਰਿਤਕਾ ਲਿਆਵਤ ਭਏ। ਉਥੋਂ ਜਾ ਕੇ ਫਿਰ ਜਿਤਨੀ ਉਸ ਤਾਲ ਦੀ ਚੀਕਣੀ ਮਿੱਟੀ ਪੁੱਟ ਕੇ ਕਿਨਾਰਿਆਂ ਤੇ ਰੱਖੀ ਹੋਈ ਸੀ ਉਹ ਮਿੱਟੀ ਲੈ ਕੇ ਆਉਂਦੇ ਹਨ ਜੀ। ਜੇ ਤਕ ਤਾਲ ਅੰਤਰ ਬਿਸਤਾਰਾ, ਪਰ ਹਰ ਮੰਦਰ ਚੌਂਦੇ ਸਾਰਾ। ਪਿਆਰਿਓ ਫਿਰ ਜਿੰਨਾ ਇਹ ਵੱਡਾ ਤਾਲ ਸੀ, ਜਿੰਨਾ ਵੱਡਾ ਇਹ ਸਰੋਵਰ ਸੀ, ਸ੍ਰੀ ਅੰਮ੍ਰਿਤਸਰ ਸੁਧਾ ਸਰੋਵਰ, ਪਿਆਰ ਉਹ ਸਾਰੇ ਸਰੋਵਰ ਜਿੰਨਾ ਫੈਲਿਆ ਸੀ, ਜਿੰਨਾ ਉਹਦਾ ਵਰਗ ਸੀ, ਜਿੰਨਾ ਉਹਦਾ ਪਸਾਰਾ ਸੀ, ਸਾਰੇ ਦੇ ਵਿੱਚ ਲਿਆ ਕੇ ਜਿਹੜੀ ਉਹ ਸੰਤੋਖ ਸਰ ਵਾਲੀ ਮਿੱਟੀ ਵਿਛਾਈ ਜਾਂਦੀ ਹੈ। ਈਵਨ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੱਥੇ ਨੀਹਾਂ ਭਰੀਆਂ ਨੇ, ਜਿੱਥੇ ਅਸਾਰੀ ਕਰਨੀ ਹੈ, ਉਹਦੇ ਆਲੇ ਦੁਆਲੇ ਵੀ ਉਹ ਜਿਹੜੀ ਮਿੱਟੀ ਲਿਆ ਕੇ ਟਿਕਾ ਦਿੱਤੀ ਜਾਂਦੀ, ਵਿਛਾ ਦਿੱਤੀ ਜਾਂਦੀ ਹੈ ਜੀ। ਬਹੁਰ ਨੀਰ ਸ਼ੁਸ਼ਕਿਓ ਨਹਿ ਕਬੈ, ਪੂਰਨ ਰਹਿਓ ਭਰਿਓ ਜਲ ਸਭੈ। ਸੰਤੋਖ ਸਰ ਦੀ ਫਿਰ ਮਿੱਟੀ ਵਿਛਾ ਕੇ ਚੰਗੀ ਤਰ੍ਹਾਂ ਕੁੱਟੀ ਗਈ ਪਿਆਰਿਓ ਸਾਰੇ ਸਰੋਵਰ ਦੇ ਅੰਦਰ, ਤੇ ਦੁਬਾਰਾ ਮਹਾਰਾਜ ਕਹਿੰਦੇ ਹੁਣ ਇਹਨੂੰ ਜਲ ਨਾਲ ਭਰੋ। ਜਿਸ ਵੇਲੇ ਪਿਆਰਿਓ ਜਲ ਦੇ ਨਾਲ ਇਹਨੂੰ ਭਰਿਆ ਗਿਆ ਤੇ ਫਿਰ ਐਸਾ ਭਰਿਆ ਪਰਤ ਕੇ ਫਿਰ ਕਦੇ ਸੁੱਕਾ ਹੀ ਨਹੀਂ ਜੀ, ਉਹ ਭਰਿਆ ਹੀ ਰਿਹਾ, ਭਰਿਆ ਹੀ ਰਿਹਾ। ਫਿਰ ਉਹ ਪਾਣੀ ਕਦੇ ਜਲ ਜਿਹੜਾ ਸੀ ਵਾਹਿਗੁਰੂ ਸਰੋਵਰ ਦਾ, ਉਹ ਕਦੇ ਜ਼ਮੀਨੇ ਨਹੀਂ ਸੋਖਿਆ ਹੈ ਜੀ। ਸਿੱਖ ਸੰਗਤ ਸਮੁਦਾਇ ਆਨੰਦ, ਮੱਜਤ ਕਲਮਲ ਹਤੇ ਬਲੰਦ। ਸੰਗਤਾਂ ਹੁਣ ਇਕੱਤਰ ਹੋ ਕੇ ਆਉਂਦੀਆਂ ਨੇ, ਸਾਰਿਆਂ ਨੂੰ ਚਾਹ ਬੜਾ ਆਨੰਦ ਹੈ। ਆਣ ਕੇ ਇਸ਼ਨਾਨ ਕਰਦੀਆਂ, ਬਸ ਇਸ਼ਨਾਨ ਕਰਕੇ ਜਲ ਵਿੱਚ ਤਨ ਦਾ, ਬਾਣੀ ਵਿੱਚ ਮਨ ਦਾ ਇਸ਼ਨਾਨ ਕਰਕੇ ਪਿਆਰਿਓ ਆਪਣੇ ਕਿਲਬਖਾਂ ਦਾ ਨਾਸ ਕਰ ਰਹੀਆਂ ਹਨ ਜੀ। ਦੋਹਰਾ ਸ੍ਰੀ ਹਰਿਮੰਦਰ ਕੋ ਬਹੁਰ ਕਾਰੀਗਰ ਨ ਲਗਾਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਚਲੋ ਤਾਲ ਪੱਕਾ ਹੋ ਗਿਆ, ਪੌੜੀਆਂ ਬਣ ਚੁੱਕੀਆਂ ਆਲੇ ਦੁਆਲੇ, ਜਲ ਠਹਿਰ ਗਿਆ ਹੈ। ਗੁਰੂ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਕੋ ਬਹੁਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਦੇ ਲਈ ਮੇਰੇ ਦਾਤਾ ਜੀ ਨੇ ਬਹੁਤ ਸਾਰੇ ਕਾਰੀਗਰ ਲਗਾਏ ਹਨ ਜੀ। ਕਰਤ ਉਸਾਰਨ ਕੋ ਭਲੇ, ਚਾਹੂ ਦਿਸ਼ ਦਰ ਰਖਵਾਏ। ਔਰ ਬੜੇ ਪਿਆਰ ਦੇ ਨਾਲ, ਬੜੇ ਬੜੇ ਤਰੀਕੇ ਦੇ ਨਾਲ ਕਾਰੀਗਰ ਜਿਹੜੇ ਉਹਨਾਂ ਨੇ ਉਸਾਰੀ ਆਰੰਭ ਕੀਤੀ ਹੈ। ਪਿਆਰਿਓ ਚਾਰੇ ਪਾਸੇ ਚਾਰ ਦਰਵਾਜੇ
ਉਹ ਅਰਖੇ ਗਏ ਹਨ ਜੀ। ਸਿੱਖ ਪ੍ਰੇਮੀ ਬਹੁਕਾਰ ਕਮਾਏ, ਚੂਨੋ ਪੀਸਹਿ ਪ੍ਰੇਮ ਲਗਾਏ। ਹੁਣ ਬਹੁਤ ਸਾਰੇ ਜਿਹੜੇ ਪ੍ਰੇਮੀ ਸਿੱਖ ਨੇ ਉਹ ਇੱਥੇ ਆਣ ਕੇ ਕਾਰ ਕਮਾਉਂਦੇ ਨੇ, ਸੇਵਾ ਕਰਦੇ ਨੇ। ਪਿਆਰਿਓ, ਕੋਈ ਚੂਨਾ ਪੀ ਰਿਹਾ, ਕੋਈ ਹੋਰ ਸੇਵਾ ਕਰ ਰਿਹਾ। ਬੇਨਤੀ ਕਰਾਂ, ਕੱਲ ਵੀ ਅਰਜ਼ ਕੀਤੀ ਸੀ ਕਿ ਤਾਜ ਮਹਿਲ ਜਿਸ ਵੇਲੇ ਬਾਦਸ਼ਾਹ ਨੇ ਬਣਾਇਆ, ਇੱਕ ਸੱਜਣ ਕਹਿੰਦਾ ਵੀ ਉਹਨੂੰ ਬਣਦਿਆਂ 9 ਸਾਲ ਲੱਗੇ ਤੇ 22,000 ਮਜ਼ਦੂਰ ਦਿਨ ਰਾਤ ਉਹਨੂੰ ਬਣਾਉਣ ਵਿੱਚ ਲੱਗੇ ਰਹਿੰਦੇ ਸਨ। ਪਰ ਜਦੋਂ ਉੱਥੇ ਕੋਈ ਤੱਕਣ ਜਾਂਦਾ ਹੈ, ਕਹਿੰਦਾ ਉੱਥੇ ਮੌਤ ਹੈ। ਪਰ ਜਦੋਂ ਸ੍ਰੀ ਦਰਬਾਰ ਸਾਹਿਬ ਆਣ ਕੇ ਦੇਖਦਾ ਹੈ, ਕਹਿੰਦਾ ਇੱਥੇ ਆਣ ਕੇ ਤੇ ਮੁਰਦਿਆਂ ਨੂੰ ਵੀ ਜ਼ਿੰਦਗੀ ਮਿਲਦੀ ਹੈ, ਜੀਵਨ ਮਿਲਦਾ ਹੈ। ਕਿਉਂ? ਉਹ ਮਜ਼ਦੂਰਾਂ ਨੇ ਬਣਾਇਆ, ਇਹ ਪ੍ਰੇਮੀ ਸਿੱਖਾਂ ਨੇ ਬਣਾਇਆ, ਇਹ ਸ਼ਰਧਾ ਵਾਲਿਆਂ ਨੇ ਬਣਾਇਆ, ਇਹ ਭਾਵਨਾ ਵਾਲਿਆਂ ਨੇ ਸੇਵਾ ਕੀਤੀ ਹੈ। ਸਿੱਖ ਪ੍ਰੇਮੀ ਬਹੁਕਾਰ ਕਮਾਏ। ਬਹੁਤ ਸਾਰੇ ਪ੍ਰੇਮੀ ਸਿੱਖ ਆਣ ਕੇ ਪਿਆਰ ਇੱਥੇ ਕਾਰ ਕਮਾਉਂਦੇ ਨੇ, ਚੂਨੋ ਪੀਸੈ ਪ੍ਰੇਮ ਲਗਾਏ। ਬੜੇ ਪ੍ਰੇਮ ਦੇ ਨਾਲ ਇਹ ਚੂਨਾ ਬਰੀਕ ਬਰੀਕ ਪੀਸਦੇ ਹਨ ਜੀ। ਬਹੁ ਸੂਖਮ ਬਹੁ ਡਾਲ ਮਸਾਲੇ, ਸਿਰ ਉਠਾਏ ਕਰ ਲਿਆਏ ਉਤਾਲੇ। ਔਰ ਬੜਾ ਬਰੀਕ ਇਹ ਚੂਨਾ ਪੀਂਦੇ ਨੇ, ਵਿੱਚ ਮਸਾਲੇ ਜਿਹੜੇ ਉਹ ਡਾਲੇ ਪਾਏ ਜਾਂਦੇ ਨੇ। ਜਿਸ ਵੇਲੇ ਤਿਆਰ ਹੋ ਜਾਂਦਾ ਸਾਰਾ ਚੂਨਾ ਮਸਾਲੇ ਪਾ ਕੇ, ਤੇ ਫਿਰ ਸਿਰਾਂ ਤੇ ਉਠਾ ਕੇ ਅਸਾਰੀ ਹੋ ਰਹੀ ਹੈ। ਕਾਰੀਗਰ ਲੱਗੇ ਨੇ, ਰਾਜ ਮਿਸਤਰੀਆਂ ਦੇ ਕੋਲ ਭਰ ਕੇ ਬਾਟੇ ਲਿਆਉਂਦੇ ਹਨ ਜੀ। ਬਿੰਦ ਈਟ ਕਾਂ ਸੀਸ ਉਠਾਵੇਂ, ਕਾਰੀਗਰ ਨੂੰ ਨਿਕਟ ਪਹੁੰਚਾਵੇਂ। ਤੇ ਕਈ ਜਿਹੜੇ ਇੱਟਾਂ ਦੇ ਆਵੇ ਲੱਗੇ ਨੇ ਦੂਰ ਦੂਰ, ਤੇ ਜਿਹੜੀਆਂ ਇੱਟਾਂ ਪੱਕਦੀਆਂ ਆਵਿਆਂ ਚੋਂ ਬਾਹਰ ਨਿਕਲਦੀਆਂ ਨੇ, ਤੇ ਕਈ ਪਿਆਰੋ ਇੱਟਾਂ ਢੋ ਰਹੇ ਨੇ। ਕੋਈ ਇੱਟਾਂ ਢੋਣ ਦੀ ਸੇਵਾ ਕਰਦਾ ਹੈ, ਜਿੱਥੇ ਕਾਰੀਗਰ ਲੱਗੇ ਨੇ ਉਹ ਇੱਟਾਂ ਆਵਿਆਂ ਤੋਂ ਲਿਆ ਕੇ ਕਾਰੀਗਰਾਂ ਦੇ ਕੋਲ ਟਕਾਈ ਜਾਂਦੇ ਹਨ ਜੀ। ਨੇਕੇ ਘੜ ਘੜ ਤਰਹਿ ਸੁਧਾਰ, ਕਰਹਿ ਨਿਤਾ ਪ੍ਰਤ ਮੰਦਰ ਕਾਰ। ਅੱਗੋਂ ਜਿਹੜੇ ਕਾਰੀਗਰ ਨੇ ਉਹ ਵੀ ਚੰਗੀ ਤਰ੍ਹਾਂ ਪਰ ਇੱਟਾਂ ਨੂੰ ਘੜ ਕਰਕੇ ਤੇ ਬੜਾ ਸੁਧਾਰ ਕੇ, ਉਹ ਵੀ ਬੜੇ ਧਿਆਨ ਦੇ ਨਾਲ ਪਿਆਰੇ ਉਸਾਰੀ ਕਰਦੇ ਨੇ। ਇਹ ਆਪਣੀ ਮਿਹਨਤ ਕਰਦੇ ਨੇ। ਇਸ ਤਰ੍ਹਾਂ ਨਿਤ ਪ੍ਰਤ ਹਰ ਰੋਜ਼ ਹਰਿਮੰਦਰ ਸਾਹਿਬ ਜੀ ਦੀ ਕਾਰ ਚੱਲ ਰਹੀ ਹੈ ਜੀ। ਸ੍ਰੀ ਸਤਿਗੁਰ ਕੀ ਆਏ ਸਪਾਏ, ਨਹਿ ਕਾਸ਼ਟ ਕਿਸ ਥਾਂ ਲਗਾਏ। ਸਤਿਗੁਰੂ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ ਆਗਿਆ ਕੀਤੀ ਹੈ ਕਿ ਭਾਈ ਇਹ ਬਿਲਕੁਲ ਨਾ ਇਹ ਤੇ ਗਾਰੇ ਦੀ ਵਰਤੋਂ ਕਰਨੀ ਹੈ, ਨਾ ਲੱਕੜ ਦੀ ਵਰਤੋਂ ਕਰਨੀ ਹੈ। ਬਿਲਕੁਲ ਕਿਸੇ ਥਾਂ ਕਿਸੇ ਜਗ੍ਹਾ ਵੀ ਕਾਸ਼ਟ ਲੱਕੜ ਨਹੀਂ ਲਗਾਈ ਗਈ ਹੈ ਜੀ। ਚੂਨੇ ਸੰਗ ਈਟ ਕਾ ਜਰੈ, ਭਿਤ ਠਾਂਡੀ ਗਾਡੀ ਅਤ ਕਰੈ। ਚੂਨੇ ਦੇ ਨਾਲ ਕੇਵਲ ਇੱਟਾਂ ਦੀ ਹੀ ਚਣਾਈ ਹੋ ਰਹੀ ਹੈ। ਇੱਟਾਂ ਹੀ ਜਿਹੜੀਆਂ ਉਹ ਜੜੀਆਂ ਜਾ ਰਹੀਆਂ ਨੇ ਚੂਨੇ ਦੇ ਨਾਲ, ਤੇ ਪਿਆਰ ਪਰ ਪੱਕੀਆਂ ਜਿਹੜੀਆਂ ਕੰਧਾਂ ਨੇ ਬੜੀਆਂ ਮਜ਼ਬੂਤ, ਉਹ ਖੜੀਆਂ ਕੀਤੀਆਂ ਜਾ ਰਹੀਆਂ ਹਨ ਜੀ। ਚੌਂ ਦਿਸ਼ ਖਰੀ ਕਰੀ ਬਹੁ ਖੜੀ, ਕਰਦਮ ਸੰਗ ਨਾ ਈਟੈ ਤਰੀ। ਪਿਆਰੇ ਹੁਣ 4 ਦੀਵਾਰੀ ਹੋ ਗਈ ਹੈ। 4 ਦੀਵਾਰੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਚਾਰੇ ਪਾਸੇ ਦੇ ਜਿਹੜੀਆਂ ਕੰਧਾਂ ਨੇ, ਦੀਵਾਰਾਂ ਨੇ, ਪਿਆਰੇ ਉਹ ਚਿਣ ਦਿੱਤੀਆਂ, ਉਹ ਕੱਢ ਦਿੱਤੀਆਂ ਗਈਆਂ ਨੇ। ਕਰਦਮ ਸੰਗ ਨ ਈਟੈ ਤਰੀ, ਕੋਈ ਵੀ ਜਿਹੜੀ ਗਾਰੇ ਦੇ ਨਾਲ ਇੱਟ ਨਹੀਂ ਲਗਾਈ ਗਈ, ਚੜਾਈ ਨਹੀਂ ਕੀਤੀ। ਪਿਆਰਿਓ ਸਾਰੀ ਜਿਹੜੀ ਚੜਾਈ ਹੈ ਉਹ ਸੀਮਟ ਦੇ ਨਾਲ, ਉਸ ਵੇਲੇ ਚੂਨੇ ਦੇ ਨਾਲ ਕੀਤੀ ਗਈ ਹੈ। ਦੀਵਾਰਾਂ ਖੜੀਆਂ ਹੋ ਗਈਆਂ। ਦੀਵਾਰ ਤੇ ਮੈਨੂੰ ਯਾਦ ਹੁੰਦਾ ਹੈ ਕਿ ਪਿਆਰਿਓ ਸਿੱਖ ਕੌਮ ਦੇ ਕੋਲ 2 ਬਹੁਤ ਕੀਮਤੀ ਦੀਵਾਰਾਂ ਨੇ ਜੀ, ਬਹੁਤ ਕੀਮਤੀ ਦੀਵਾਰਾਂ। ਉਹ ਕਿਹੜੀਆਂ ਜੀ ਪਿਆਰਿਓ? ਇੱਕ ਉਹ ਦੀਵਾਰ ਹੈ ਜੋ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੀ ਧਰਤੀ ਤੇ ਜਿੱਥੇ ਮੇਰੇ ਬਾਬਾ ਜੀ ਵਿਆਹਣ ਗਏ, ਉਹ ਜਿਹੜੀ ਮਿੱਟੀ ਦੀ ਕੱਚੀ ਦੀਵਾਰ ਹੈ। ਕਿਸੇ ਨੇ ਕਿਹਾ ਨਾ ਕਿ ਨਾਨਕ ਜੀ ਇਥੋਂ ਉੱਠ ਜਾਓ, ਪਰਾਂ ਹੋ ਜਾਓ, ਇਹ ਮਿੱਟੀ ਦੀ ਕੱਚੀ ਦੀਵਾਰ ਕਿਸੇ ਨੇ ਧੱਕਾ ਦੇ ਦਿੱਤਾ ਤੁਹਾਡੇ ਉੱਤੇ ਗਿਰ ਜਾਏਗੀ। ਮੇਰਾ ਸਤਿਗੁਰੂ ਸਹਿ ਸੁਭਾ ਕਹਿੰਦਾ ਹੈ ਇਹ ਦੁਨੀਆ ਢਹਿ ਜਾਏਗੀ ਪਰ ਇਹ ਦੀਵਾਰ ਨਹੀਂ ਢਹੇਗੀ। ਉਹ ਦੀਵਾਰ ਅੱਜ ਵੀ ਮੌਜੂਦ ਹੈ। ਜਿਨ੍ਹਾਂ ਦਰਸ਼ਨ ਕੀਤੇ ਨੇ ਉਹ ਥਾਂ ਦਾ ਨਾਂ ਹੈ ਗੁਰਦੁਆਰਾ ਸ੍ਰੀ ਕੰਧ ਸਾਹਿਬ। ਉੱਥੇ ਉਹ ਦੀਵਾਰ ਸ਼ੀਸ਼ੇ ਅੰਦਰ ਜੜੀ ਹੈ ਜੀ। ਜਿਨ੍ਹਾਂ ਨੇ ਦਰਸ਼ਨ ਕੀਤੇ ਭਾਗਾਂ ਵਾਲੇ, ਤੇ ਜਿਨ੍ਹਾਂ ਨੇ ਨਹੀਂ ਕੀਤੇ ਜਾਇਓ ਦੀਦਾਰ ਜ਼ਰੂਰ ਕਰਕੇ ਆਇਓ।
ਉੱਥੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਮੇਰੇ ਬਾਬਾ ਜੀ ਬੈਠੇ, ਬਾਬੇ ਦਾ ਆਨੰਦ ਕਾਰਜ ਹੋਇਆ। ਮੇਰੇ ਬਾਬਾ ਜੀ ਦੀ ਸ਼ਾਦੀ ਹੋਈ ਜੀ ਇਹ ਮਾਤਾ ਸੁਲੱਖਣੀ ਜੀ ਦੇ ਨਾਲ, ਉਹ ਵੀ ਨਾਲ ਸਥਾਨ ਹੈ। ਫਿਰ ਬੇਨਤੀ ਕਰਾਂ, ਇੱਕ ਦੀਵਾਰ ਧੰਨ ਗੁਰੂ ਨਾਨਕ ਮਹਾਰਾਜ ਦੇ ਵਿਆਹ ਵਾਲੀ ਪਿਆਰਿਓ ਬਟਾਲੇ ਖੜੀ ਹੈ। ਇੱਕ ਦੀਵਾਰ ਉਹ ਹੈ ਸਿੱਖ ਕੌਮ ਦੇ ਕੋਲ ਪਿਆਰ, ਜਿੱਥੇ ਮੇਰੇ ਬਾਜਾਂ ਵਾਲੇ ਦੇ ਛੋਟੇ ਲਾਲ ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਪਿਆਰਿਓ ਉਹਨਾਂ ਨੂੰ ਚਿਣਿਆ ਗਿਆ। ਸਿੱਖ ਕੌਮ ਦੇ ਕੋਲ ਇੱਕ ਉਹ ਦੀਵਾਰ ਹੈ, ਬੜੀ ਕੀਮਤੀ ਦੀਵਾਰ ਹੈ ਜੀ। ਉਹ ਵੀ ਦੀਵਾਰ ਅਟਲ ਹੈ, ਜਿੱਥੇ ਮੇਰੇ ਗੁਰੂ ਕੇ ਲਾਲਾਂ ਨੂੰ ਚਿਣਿਆ ਗਿਆ, ਤਸੀਹੇ ਦਿੱਤੇ ਗਏ। ਉਹ ਵੀ ਦੀਵਾਰ ਹੈ ਸ੍ਰੀ ਫਤਿਹਗੜ੍ਹ ਸਾਹਿਬ। ਖੈਰ ਹੁਣ ਇਹ ਕਾਰੀਗਰਾਂ ਨੇ ਪਿਆਰਿਓ ਕੋਈ ਗਾਰੇ ਨਾਲ ਇੱਟ ਨਹੀਂ ਲਗਾਈ, ਚਣਾਈ ਕੀਤੀ ਚੂਨੇ ਦੇ ਨਾਲ। ਦੀਵਾਰਾਂ ਚਾਰ ਦੀਵਾਰੀ ਵਾਲੀਆਂ ਖੜੀਆਂ ਹੋ ਗਈਆਂ ਹਨ ਜੀ। ਕਾਲ ਬੂਤ ਸੰਗ ਕਰ ਕਰ ਜੋਰ, ਚਾਰੋਂ ਦਰ ਮੇਲੇ ਚੌਂਦੋਂ ਔਰ। ਕਾਲ ਬੂਤ ਦੇ ਅਰਥ ਹੁੰਦੇ ਨੇ ਕਿ ਪਿਆਰੇ ਉਹ ਢਾਂਚਾ ਜਿਹਾ ਬਣਾ ਕੇ ਕਿ ਜਿਹਦੇ ਨਾਲ ਡਾਟ ਲਗਾਈ ਜਾਂਦੀ ਹੈ ਤੇ ਹੇਠਾਂ ਪਹਿਲਾਂ ਆਸਰਾ ਦਿੱਤਾ ਜਾਂਦਾ ਹੈ। ਜਿਵੇਂ ਹੋਰ ਸਮਝਣ ਦੇ ਲਈ ਅੱਜ ਕੱਲ ਆਪਾਂ ਉੱਥੇ ਲੈਂਟਰ ਪਾਉਂਦੇ ਆ, ਲੈਂਟਰ ਪਾਉਣ ਤੋਂ ਪਹਿਲਾਂ ਪਿਆਰ ਉੱਥੇ ਹੇਠਾਂ ਫੱਟੇ ਵਿਛਾਏ ਜਾਂਦੇ ਨੇ। ਫੱਟੇ ਵਿਛਾ ਕੇ ਜਿਹੜਾ ਜਾਲ ਬੰਨਿਆ ਜਾਂਦਾ, ਫੱਟੇ ਵਿਛਾਏ ਜਾਂਦੇ ਨੇ। ਪਰ ਉੱਤੇ ਜਦੋਂ ਲੈਂਟਰ ਪੈ ਜਾਂਦਾ ਤੇ ਫੱਟੇ ਹੇਠੋਂ ਕੱਢ ਲਏ ਜਾਂਦੇ ਨੇ। ਇਸੇ ਤਰ੍ਹਾਂ ਡਾਟ ਲਗਾਉਣ ਦੇ ਲਈ ਪਹਿਲਾਂ ਜਿਹੜੇ ਨੇ ਕਾਲਬੂਤ ਮਤਲਬ ਢਾਂਚਾ ਜਿਹਾ ਉਹ ਬਣਾ ਕੇ ਖੜਾ ਕੀਤਾ ਜਾਂਦਾ ਹੈ ਜੀ। ਚਿਣ ਚਿਣ ਉੱਪਰ ਕੀਨ ਉਤੰਗ, ਮੇਲੀ ਛਾਤ ਸੋ ਚੂਨੇ ਸੰਗ। ਪਿਆਰ ਚਾਰੇ ਪਾਸਿਆਂ ਤੋਂ ਫਿਰ ਜੀ ਡਾਟ ਲੱਗਦੀ ਜਾ ਰਹੀ ਹੈ, ਦੀਵਾਰਾਂ ਚਿਣ ਚਿਣ ਕੇ ਬੜੀ ਉੱਪਰ ਪਹੁੰਚਾਈਆਂ ਜਾ ਰਹੀਆਂ ਨੇ। ਮੇਲੀ ਛਾਤ ਸੋ ਚੂਨੇ ਸੰਗ ਪਿਆਰੋ ਛੱਤ ਤੱਕ ਇਹ ਦੀਵਾਰਾਂ ਲੈ ਗਏ ਹਨ ਜੀ। ਮਹਿਮਾ ਗੁਰ ਕੇ ਸ਼ਬਦ ਬਨਾਵੈ, ਹਰਖੈ ਸੰਗਤ ਜਬ ਹੈ ਸੁਨਾਵੈ। ਪਿਆਰਿਓ ਉੱਥੇ ਫਿਰ ਸਤਿਗੁਰੂ ਦੀ ਬਾਣੀ ਗਾਈ ਜਾ ਰਹੀ ਹੈ। ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜੋ ਸ਼ਬਦ ਉਚਾਰਦੇ ਨੇ ਸੰਗਤਾਂ ਸੁਣਦੀਆਂ ਨੇ, ਸੁਣ ਸੁਣ ਕੇ ਪ੍ਰਸੰਨ ਹੁੰਦੀਆਂ, ਆਨੰਦ ਲੈਂਦੀਆਂ ਹਨ ਜੀ। ਸੁਦਾ ਸਰੋਵਰ ਅਰ ਗੁਰ ਧਾਮ, ਦੋਨੋਂ ਬਿਕੈ ਜੋ ਥਲ ਅਬਿਰਾਮ। ਪਿਆਰਿਓ ਇੱਕ ਥਾਂ ਇੱਕ ਪਾਸੇ ਤੇ ਹੈ ਸੁਦਾ ਸਰੋਵਰ, ਸਰੋਵਰ ਬਣਿਆ ਹੋਇਆ ਤੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਹੋ ਰਹੀ ਹੈ। ਤੇ ਦੂਸਰਾ ਥੋੜੀ ਦੂਰ ਜਾ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਪਿਆਰ ਉਹਨਾਂ ਦਾ ਨਿਵਾਸ ਸਥਾਨ ਹੈ, ਜਿਹਨੂੰ ਆਪਾਂ ਹੁਣ ਕਹਿੰਦੇ ਗੁਰਦੁਆਰਾ ਗੁਰੂ ਕੇ ਮਹਿਲ। ਗੁਰੂ ਕੇ ਮਹਿਲ ਸਤਿਗੁਰਾਂ ਦੀ ਰਹਿਸ਼ ਪਰਿਵਾਰ ਉੱਥੇ ਰਹਿੰਦਾ ਸੀ। ਹੁਣ ਜਿਹੜੀ ਵਿਚਕਾਰ ਖਾਲੀ ਥਾਂ ਸੀ ਉੱਥੇ ਬਾਜ਼ਾਰ ਬਣਦਾ ਪਿਆ, ਉੱਥੇ ਸਤਿਗੁਰ ਜੀ ਮਾਰਕੀਟ ਦੁਕਾਨਾਂ ਬਣਵਾਉਂਦੇ ਹਨ ਜੀ। ਤਹਿ ਬਾਜ਼ਾਰ ਕੀ ਚਿਣਤੀ ਹੋਏ, ਨਿਜ ਨਿਜ ਹਾਟ ਸੁਧਾਰ ਹੈ ਕੋਏ। ਸ੍ਰੀ ਦਰਬਾਰ ਸਾਹਿਬ ਸਰੋਵਰ ਅਤੇ ਗੁਰੂ ਕੇ ਮਹਿਲਾਂ ਦੇ ਵਿਚਕਾਰ ਜਿਹੜੀ ਖਾਲੀ ਥਾਂ ਸੀ, ਸਤਿਗੁਰ ਮਹਾਰਾਜ ਉੱਥੇ ਫਿਰ ਬਾਜ਼ਾਰ ਤਿਆਰ ਕਰਵਾ ਰਹੇ ਨੇ। ਸਾਹਿਬ ਜੀ ਨੇ ਦੁਕਾਨਾਂ ਪਵਾਈਆਂ ਨੇ। ਪਿਆਰੋ ਜਿਨ੍ਹਾਂ ਨੇ ਆਣ ਕੇ ਇੱਥੇ ਕਾਰੋਬਾਰ ਕਰਨੇ, ਕਿਰਤ ਕਰਨੀ ਹੈ, ਉਹ ਆਪਣੀਆਂ ਆਪਣੀਆਂ ਦੁਕਾਨਾਂ ਹੱਟੀਆਂ ਨੂੰ ਆਣ ਕੇ ਸਵਾਰ ਰਹੇ ਹਨ ਜੀ। ਜਿਉ ਵਰਦੇ ਤਿਉ ਸ਼ਬਦ ਬਨਾਵੈ, ਸਤਿਗੁਰ ਤੇ ਸਭ ਸਿੱਖ ਸੁਣ ਪਾਵੈ। ਗੁਰੂ ਜੀ ਜਿਵੇਂ ਜਿਵੇਂ ਪਿਆਰਿਓ ਕਿਰਪਾ ਕਰਦੇ ਨੇ, ਜਿਵੇਂ ਜਿਵੇਂ ਮੇਰੇ ਸਤਿਗੁਰੂ ਜੀ ਆਖਦੇ ਨੇ, ਸਤਿਗੁਰੂ ਜੀ ਜਿਵੇਂ ਜਿਵੇਂ ਸ਼ਬਦ ਉਚਾਰਨ ਕਰਦੇ ਨੇ, ਸਿੱਖ ਜਿਹੜੇ ਸੁਣਦੇ ਨੇ ਪਿਆਰ ਉਹ ਬੜਾ ਸੁਖ ਪਾਉਂਦੇ ਹਨ ਜੀ। ਹੋਵੇ ਬਸ ਦੀ ਸਗਨ ਅਪਾਰ, ਰਾਮਦਾਸਪੁਰ ਬਨੇ ਬਾਜ਼ਾਰ। ਮਹਾਰਾਜ ਜੀ ਕਹਿਣ ਲੱਗੇ ਵੀ ਇਹ ਜਿਹੜੀ ਨਗਰੀ ਹੈ ਇਹ ਕੁੱਗ ਵਸੇਗੀ, ਇਹਦੀ ਵਸੋਂ ਬੜੀ ਸੰਘਣੀ ਹੋਵੇਗੀ। ਇਹ ਗੁਰੂ ਰਾਮਦਾਸ ਦੀ ਨਗਰੀ ਹੈ, ਇਹਦੇ ਬਾਜ਼ਾਰ ਵੀ ਬੜੀਆਂ ਬਰਕਤਾਂ ਵਾਲੇ ਹੋਣਗੇ। ਜਿਹੜਾ ਆਏਗਾ ਉਹਨੂੰ ਕੋਈ ਕਮੀ ਨਾ ਰਹੇਗੀ। ਸੋਹਣੇ ਇੱਥੇ ਬਾਜ਼ਾਰ ਬਣਨਗੇ, ਇੱਥੇ ਜਿਹੜਾ ਵੀ ਆਏਗਾ ਕਿਰਤ ਕਰੇਗਾ, ਬਰਕਤਾਂ ਪੈਣਗੀਆਂ। ਮਹਾਰਾਜ ਕਹਿੰਦੇ ਇਹ ਨਗਰੀ ਘੁੱਗ ਵਸੇਗੀ। ਤਾਂ ਹੀ ਸਾਹਿਬ ਜੀ ਦੇ ਉਹ ਬਚਨ ਕਿ ਵਸਦੀ ਸਗਨ ਅਪਾਰ, ਅਨੂਪ ਰਾਮਦਾਸਪੁਰ। ਮੇਰੇ ਸਾਹਿਬ ਜੀ ਨਾਲ ਇਹ ਕਿਰਪਾ ਕਰਦੇ ਬਚਨ ਕਹਿੰਦੇ ਹਨ ਜੀ। ਇਸ ਕੇ ਸਮ ਹੋਏ ਨਗਰ ਨਾ ਕੋਈ, ਆਏ ਪ੍ਰਵੇਸ਼ੈ ਲక్ష్ਮੀ ਜੋਈ। ਮੇਰੇ ਸਾਹਿਬ ਨੇ ਕਿਹਾ ਵੀ ਇਹਦੇ ਵਰਗਾ, ਇਹਦੇ ਬਰਾਬਰ ਦਾ ਹੋਰ ਕੋਈ ਨਗਰ ਨਹੀਂ ਹੋਵੇਗਾ, ਕੋਈ ਸ਼ਹਿਰ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਇਹ ਜਿਹੜੀ ਲక్ష్ਮੀ,
ਜਿਹਦੀ ਲੋਕ ਪੂਜਾ ਕਰਦੇ ਨੇ। ਮਹਾਰਾਜ ਕਹਿੰਦੇ ਲక్ష్ਮੀ ਆਪਣੇ ਆਪ ਇਹ ਨਗਰ ਵਿੱਚ ਚੱਲ ਕੇ ਆਏਗੀ। ਤਨ ਦੌਲਤ ਦੀ ਤੇ ਕਿਸੇ ਨੂੰ ਕੋਈ ਕਮੀ ਨਹੀਂ ਰਹੇਗੀ ਜੀ। ਚਾਹੂੰ ਦੇਸ਼ ਤੇ ਇਹ ਵਧੇ ਵਿਸਾਲ, ਬਸੇ ਲੋਕ ਸਭ ਯਾਤਨ ਨਾ ਜਾਲ। ਆਸਤਾ ਆਸਤਾ ਮਹਾਰਾਜ ਕਹਿੰਦੇ ਇਹ ਸ਼ਹਿਰ ਇਹ ਨਗਰ ਚਾਰੇ ਪੈਸੇ ਨੂੰ ਪਾਸਿਆਂ ਹੋਰ ਵਧੇਗਾ, ਉਹ ਫੁੱਲੇਗਾ। ਤੇ ਆਪਾਂ ਹੁਣ ਵੇਖਦੇ ਹਾਂ ਜੀ ਸ੍ਰੀ ਦਰਬਾਰ ਸਾਹਿਬ ਜਿੱਥੇ ਹੁਣ ਗੁਰੂ ਮਹਾਰਾਜ ਜੀ ਨੇ ਸਾਰੀ ਕੀਤੀ, ਜਿੱਥੇ ਸਾਡਾ ਉਹ ਪਵਿੱਤਰ ਸਥਾਨ ਹੈ। ਜਦੋਂ ਆਪਾਂ ਉੱਥੇ ਖੜਨੇ ਆ ਆਲੇ ਦੁਆਲੇ ਝਾਤੀ ਮਾਰਨੇ ਆ ਜੀ ਆਪਾਂ ਪਿਆਰ ਇੱਧਰ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਥਾਨ ਵੱਲ ਆਉਣਾ ਹੋਵੇ ਤੇ ਕਿੰਨਾ ਤੁਰ ਕੇ ਆਉਣਾ ਪੈਂਦਾ, ਰਿਕਸ਼ੇ ਤੇ ਆਉਣਾ ਪੈਂਦਾ, ਕਿੰਨਾ ਫੈਲ ਗਿਆ। ਛਾਟੇ ਵੱਲ ਨੂੰ ਕਿੰਨਾ ਫੈਲ, ਛਾਟਾ ਸਾਹਿਬ ਉਹ ਸਾਰਾ ਹੁਣ ਵਿੱਚ ਹੀ ਆ ਗਿਆ ਜੀ। ਕਿੰਨਾ ਇਹ ਸ਼ਹਿਰ ਫੈਲ ਗਿਆ ਜੀ। ਇੱਥੋਂ ਤੱਕ ਏਅਰਪੋਰਟ ਕਿੰਨੀ ਦੂਰ ਹੈ, ਰਾਜਾ ਸਾਂਸੀ ਹੁਣ ਉਹ ਵੀ ਵਿੱਚ ਹੀ ਮਿਲ ਗਿਆ, ਸ਼ਹਿਰ ਦੇ ਵਿੱਚ ਹੀ ਮਿਲ ਗਿਆ। ਇਹ ਸਤਿਗੁਰੂ ਜੀ ਦੀਆਂ ਰਹਿਮਤਾਂ ਨੇ ਨਾ ਜੀ। ਗੁਰੂ ਸਾਹਿਬ ਨੇ ਕਿਹਾ ਸਮਾਂ ਆਏਗਾ ਇਹ ਨਗਰ ਬਹੁਤ ਫੈਲੇਗਾ, ਬੜਾ ਪਸਰੇਗਾ, ਬਹੁਤ ਵੱਡਾ ਹੋਵੇਗਾ, ਕੁੱਗ ਵਸੇਗਾ, ਇਹਦੀ ਵਸੋਂ ਬੜੀ ਸੰਘਣੀ ਹੋਵੇਗੀ। ਤੇ ਸੱਚੀ ਗੱਲ ਹੈ ਪਿਆਰੋ ਅੱਜ ਬੜੀ ਵਸੋਂ ਹੈ ਉੱਥੇ ਜੀ, ਬੜਾ ਸ਼ਹਿਰ ਉਹ ਵਸਦਾ। ਤੇ ਖਾਸ ਕਰਕੇ ਪਿਆਰੋ ਆਪ ਜਾਣਦੇ ਹੋ ਜਦੋਂ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਏਅਰਪੋਰਟ ਤੇ ਜਿਹੜੇ ਜਾ ਕੇ ਉਤਰਦੇ ਨੇ ਤੇ ਜਦੋਂ ਪਿਆਰੋ ਉੱਥੇ ਜਹਾਜ਼ ਜਾਂਦਾ ਪਿਆਰ ਹੇਠਾਂ ਉਤਰ ਲੱਗਦਾ ਤੇ ਉਹ ਨਜ਼ਾਰਾ ਵੀ ਇੱਕ ਵੇਖਣ ਵਾਲਾ ਹੁੰਦਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਖੈਰ ਮੇਰੇ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਨੇ ਇਹ ਨਗਰ ਚਾਰੇ ਪਾਸੇ ਦੂਰ ਦੂਰ ਤੱਕ ਬਹੁਤ ਇਹ ਵਸੇਗਾ, ਫੈਲੇਗਾ। ਮਹਾਰਾਜ ਕਹਿੰਦੇ ਨੇ ਇੱਥੇ ਬਹੁਤ ਜਾਤਾਂ ਦੇ ਲੋਕ, ਹਾਲਾਂਕਿ ਜਾਤ ਪਾਤ ਗੁਰੂ ਮਹਾਰਾਜ ਮੰਨਦੇ ਨਹੀਂ, ਪਰ ਸਤਿਗੁਰੂ ਜੀ ਸਮਝਾਉਣ ਦਾ ਤਰੀਕਾ ਹੈ। ਸਤਿਗੁਰੂ ਕਹਿੰਦੇ ਹਰੇਕ ਇੱਥੇ ਕਿਰਤ ਕਰਨ ਵਾਲਾ, ਹਰੇਕ ਕਾਰਜ ਕਰਨ ਵਾਲਾ, ਹਰੇਕ ਪ੍ਰਕਾਰ ਦਾ ਕੰਮ ਕਰਨ ਵਾਲਾ ਉਹ ਇੱਥੇ ਆਏਗਾ। ਅਨੇਕਾਂ ਜਾਤਾਂ ਦੇ ਲੋਕ, ਬਰਾਦਰੀਆਂ ਦੇ ਲੋਕ ਇੱਥੇ ਆਣ ਕੇ ਸਾਰੇ ਰਹਿਣਗੇ ਜੀ। ਦੇਸ਼ ਵਿਦੇਸ਼ਣ ਬਣ ਜਮਹਾਨਾ, ਚਲਹਿ ਜਹੈ ਕਹਿ ਨਰ ਧਨਵਾਨਾ। ਪਾਤਸ਼ਾਹ ਜੀ ਕਹਿੰਦੇ ਨੇ ਇਸ ਨਗਰ ਤੋਂ ਦੇਸ਼ਾਂ ਵਿਦੇਸ਼ਾਂ ਦੇ ਨਾਲ ਬਹੁਤ ਵਪਾਰ ਹੋਵੇਗਾ। ਜਿਹੜੇ ਇੱਥੇ ਵਪਾਰੀ ਆਉਣਗੇ ਰਹਿਣਗੇ ਇੱਥੇ, ਪਰ ਉਹਨਾਂ ਦਾ ਕਾਰੋਬਾਰ ਇੰਨਾ ਫੈਲ ਜਾਏਗਾ ਕਿ ਦੇਸਾਂ ਵਿਦੇਸਾਂ ਤੱਕ ਉਹਨਾਂ ਦਾ ਜਿਹੜਾ ਵਪਾਰ ਉਹ ਚੱਲੇਗਾ। ਚਲੇ ਜਹਾਂ ਕਹਿ ਨਰ ਧਨਵਾਨਾ। ਮਹਾਰਾਜ ਇੱਥੇ ਭਾਵਨਾ ਨਾਲ ਕਿਰਤ ਕਰਨ ਵਾਲੇ ਬੜੇ ਜਿਹੜੇ ਉਹਨਾਂ ਦਾ ਜਿੱਥੇ ਕਾਰੋਬਾਰ ਫੈਲੇਗਾ ਤੇ ਬੜੇ ਬੜੇ ਅਮੀਰ, ਬੜੇ ਬੜੇ ਧਨਵਾਨ ਲੋਕ ਇੱਥੇ ਚੱਲ ਕੇ ਆਇਆ ਕਰਨਗੇ ਜੀ। ਸੁਣ ਸਤਿਗੁਰ ਕੇ ਵਾਕ ਸੁਹਾਏ, ਬਸਨ ਹੇਤੁ ਕੇਤਕ ਸਿਖਿਆਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਇਹ ਸੁਹਾਵਣੇ ਬਚਨ ਸੁਣ ਕੇ ਬਰਕਤਾਂ ਵਾਲੇ, ਰਹਿਮਤਾਂ ਵਾਲੇ, ਇਹ ਸਤਿਗੁਰੂ ਜੀ ਦੀਆਂ ਨਿਆਮਤਾਂ ਵਾਲੇ ਬੋਲ ਸੁਣ ਕੇ ਪਿਆਰ ਫਿਰ ਜਿਹੜੇ ਸਿੱਖ ਨੇ ਉਹ ਚੱਲ ਚੱਲ ਕੇ ਇੱਥੇ ਪਹੁੰਚ ਰਹੇ ਨੇ, ਆ ਰਹੇ ਨੇ, ਆਪਣਾ ਨਿਵਾਸ ਕਰਦੇ ਨੇ, ਕਾਰੋਬਾਰ ਸ਼ੁਰੂ ਕਰਦੇ ਹਨ ਜੀ। ਸਦਨ ਚਨਾਏ ਬਣਾਏ ਦੁਕਾਨ, ਕਰਨ ਲਗੇ ਵਿਵਹਾਰ ਸੁਜਾਨ। ਆਣ ਕੇ ਘਰਾਂ ਦੀ ਤਿਆਰੀ ਕਰਦੇ ਨੇ, ਚਣਵਾਈ ਕਰਦੇ ਨੇ, ਆਪਣੀਆਂ ਦੁਕਾਨਾਂ ਬਣਾਉਂਦੇ ਨੇ। ਸਿਆਣੇ ਜਿਹੜੇ ਸੁਜਾਨ ਨੇ ਉਹ ਮਨੁੱਖ ਆਪਣਾ ਕਾਰ ਵਿਹਾਰ ਕਰਨ ਵਿੱਚ ਲੱਗ ਪਏ ਹਨ ਜੀ। ਲਾਭਪੁਰ ਆਦਿਕ ਜੇ ਨਿਤ ਬਾਸੇ, ਗੁਰਪੁਰ ਕੋ ਖਾਲ ਕਰ ਉਪਹਾਸੇ। ਹੁਣ ਪਿਆਰੋ ਜਿਹੜਾ ਲਾਹੌਰ ਨੇੜੇ ਨਗਰ ਸੀ, ਲਾਹੌਰ ਸ਼ਹਿਰ ਤੇ ਹੋਰ ਵੀ ਕਈ ਨਗਰਾਂ ਦੇ ਜਿਹੜੇ ਲੋਕ ਨੇ ਉਹ ਜਦੋਂ ਵੇਖਦੇ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਉਸਾਰੀ ਹੋ ਰਹੀ ਹੈ, ਲੋਕ ਇੱਥੇ ਆ ਰਹੇ ਨੇ ਤੇ ਜਿਹੜੇ ਉਥੋਂ ਦੇ ਲੋਕ ਨੇ ਪਿਆਰ ਉਹ ਮੂਰ ਕਮਲੇ ਉਹ ਮਜ਼ਾਕ ਉਡਾਉਂਦੇ ਨੇ, ਉਹ ਗੁਰੂ ਰਾਮਦਾਸ ਦੀ ਨਗਰੀ ਦਾ ਮਖੌਲ ਉਡਾਉਂਦੇ ਨੇ। ਇੱਥੇ ਆਣ ਕੇ ਰਹਿਣ ਵਾਲਿਆਂ ਦੇ ਉਹ ਕੰਨ ਭਰਦੇ ਹਨ ਜੀ। ਮੂਰਖ ਗੁਰ ਪ੍ਰਤਾਪ ਨਾ ਜਾਣ ਹੈ, ਮਿਲਹਿ ਪਰਸਪਰ ਏਵ ਬਕਾਨੈ। ਉਹ ਕਮਲੇ ਨੇ, ਮੂਰਖ ਨੇ, ਉਹ ਸਤਿਗੁਰਾਂ ਦਾ ਪ੍ਰਤਾਪ ਨਹੀਂ ਜਾਣਦੇ, ਗੁਰੂ ਦੀ ਮਹਿਮਾ ਨਹੀਂ ਜਾਣਦੇ। ਉਹ ਇਸ ਨਗਰੀ ਦੇ ਲਈ ਹੋਰ ਹੀ ਖਿਆਲ ਦੂਸਰਿਆਂ ਨੂੰ ਸੁਣਾਉਂਦੇ ਨੇ। ਜਦੋਂ ਕਿਸੇ ਨੂੰ ਮਿਲਦੇ ਨੇ ਤੇ ਇਵੇਂ ਆਖਦੇ ਹਨ ਜੀ। ਨਗਰ ਬਸ ਹੈ ਕੈਸੇ ਤਿਸ ਥਾਨ, ਚੌ ਦਿਸ਼ ਕੋ ਜਲ ਆਏ ਮਹਾਨ। ਜਿਹੜਾ ਵੀ ਇੱਥੇ ਆਣ ਕੇ ਰਹਿਣਾ ਸ਼ੁਰੂ ਕਰ ਦਿੰਦਾ ਜਾਂ ਕੋਈ ਆਪਣੀ ਕਿਰਤਕਾਰ ਕਰਦਾ, ਲਾਹੌਰ ਦੇ ਤੇ ਕਈਆਂ ਹੋਰ ਨਗਰਾਂ ਦੇ ਲੋਕ ਉਹ ਆਣ ਕੇ ਕਹਿੰਦੇ ਨੇ ਤੂੰ ਇੱਥੇ ਆਣ ਕੇ ਰਹਿਣ ਲੱਗ ਪਿਆ। ਕਹਿੰਦਾ ਹਾਂ,
ਇਹ ਨਗਰ ਨਵਾਂ ਸਤਿਗੁਰੂ ਜੀ ਨੇ ਵਸਾਇਆ, ਇੱਥੇ ਮੈਂ ਕਾਰੋਬਾਰ ਕਰਾਂਗਾ। ਕਹਿੰਦਾ ਇੱਥੇ ਤੇ ਰਹਿਣਾ ਹੀ ਨਹੀਂ ਇਹ ਨਗਰ। ਉਹਨਾਂ ਦੇ ਕੰਨ ਭਰ ਦਿੰਦੇ ਨੇ। ਉਹ ਕਹਿੰਦੇ ਕਿਉਂ? ਕਹਿੰਦੇ ਕਮਾਲ ਹੈ, ਨਗਰ ਬਸੇ ਕੈਸੇ ਤੇ ਸਥਾਨ। ਇਹ ਨਗਰ ਜਿਹੜਾ ਇੱਥੇ ਕਿੱਥੋਂ ਰਹਿਣਾ ਕਿਉਂ? ਇਹਦੇ ਤੇ ਚਾਰੇ ਪਾਸੇ ਜਲ ਹੀ ਜਲ ਹੈ, ਸਾਰੇ ਪਾਸੇ ਇਹਦੇ ਤੇ ਪਾਣੀ ਭਰ ਜਾਂਦਾ। ਜਦੋਂ ਬਰਸਾਤ ਆਉਂਦੀ ਹੈ ਇਹਦੇ ਤੇ ਹੜ੍ਹ ਆ ਜਾਂਦੇ ਨੇ। ਇਹ ਨਗਰ ਤੇ ਰਹਿਣਾ ਨਹੀਂ ਹੈ ਜੀ। ਸਿਰੇ ਚੁਮਾਸੇ ਮਹਿ ਬਹੁ ਪਾਣੀ, ਕਿਮ ਕਰ ਰਹੇ ਹੋਏਗੀ ਹਾਨੀ। ਤੇਰੇ ਚੁਮਾਸੇ ਤੋਂ ਮੁਰਾਦ ਹੈ ਕਿ ਜਿਹੜੇ ਉਹ 4 ਮਹੀਨੇ ਨੇ ਬਰਸਾਤ ਵਾਲੇ, ਉਹਨਾਂ ਮਹੀਨਿਆਂ ਦੇ ਵਿੱਚ ਇੱਥੇ ਤੇ ਆਲੇ ਦੁਆਲੇ ਪਾਣੀ ਭਰ ਜਾਂਦਾ ਹੈ। ਤੁਹਾਡੇ ਘਰ ਕਿਵੇਂ ਰਹਿਣਗੇ? ਤੁਸੀਂ ਕਿਵੇਂ ਟਿਕੋਗੇ? ਤੁਹਾਡੀ ਕਿਰਤ ਕਿਵੇਂ ਚੱਲੇਗੀ? ਤੁਹਾਡਾ ਤੇ ਨੁਕਸਾਨ ਹੋ ਜਾਵੇਗਾ ਜੀ। ਜੋ ਜੋ ਬਸਹਿ ਜਾਹੇ ਪਿਖਹਾਲਾ, ਉਜੜ ਜਾਹੇਗੇ ਥੋੜੇ ਹੀ ਕਾਲਾ। ਉਹ ਕਹਿੰਦੇ ਨੇ ਜਿਹੜੇ ਵੀ ਇੱਥੇ ਆਣ ਕੇ ਰਹਿਣਗੇ ਵਸਣਗੇ ਤੇ ਜਦੋਂ ਸਭ ਕੁਝ ਦੇਖਣਗੇ ਸਾਰੇ ਚਲੇ ਜਾਣਗੇ। ਇਹ ਨਗਰ ਰਹਿਣਾ ਕੋਈ ਨਹੀਂ, ਇਹ ਵਸਣਾ ਕੋਈ ਨਹੀਂ, ਇੱਥੇ ਕਿਸੇ ਨੇ ਟਿਕਣਾ। ਤੁਸੀਂ ਕਿੱਥੇ ਆ ਗਏ ਹੋ? ਜਾਓ, ਚਲੇ ਜਾਓ। ਇੱਥੇ ਤੇ ਪਾਣੀ ਭਰ ਜਾਂਦਾ ਹੈ, ਤੁਹਾਡੇ ਘਰ ਨਹੀਂ ਰਹਿਣੇ, ਤੁਹਾਡੀਆਂ ਦੁਕਾਨਾਂ ਨਹੀਂ ਰਹਿਣੀਆਂ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਜੀ। ਹਿਮ ਸੁਣ ਸੁਣ ਸਿੱਖਣ ਦੁੱਖ ਪਾਵਾ, ਨਿਹਚਾ ਮੂਡਨ ਕਹੇ ਡੁਲਾਵਾ। ਪਿਆਰਿਓ, ਇਸ ਤਰ੍ਹਾਂ ਜਿਹੜੇ ਹੁਣ ਸਿੱਖ ਆਏ ਨੇ, ਜਦੋਂ ਇਹਨਾਂ ਲੋਕਾਂ ਦੇ ਕੋਲੋਂ ਗੱਲਾਂ ਸੁਣਦੇ ਨੇ ਤੇ ਉਹਨਾਂ ਨੂੰ ਬੜਾ ਦੁੱਖ ਜਿਹਾ ਲੱਗਦਾ ਕਿ ਅਸੀਂ ਤੇ ਹੋਰ ਆਸਨਾ ਆਏ ਆ, ਇਹ ਤੇ ਕੁਝ ਹੋਰ ਹੀ ਗੱਲਾਂ ਕਰੀ ਜਾਂਦੇ ਨੇ। ਐਸਾ ਹੁੰਦਾ ਹੀ ਹੈ ਨਾ ਜੀ। ਫਿਰ ਕਈ ਵਾਰੀ ਹੁਣ ਆਪਾਂ ਨੂੰ ਦੇਖਦੇ ਕਿ ਪਿੰਡੋਂ ਆਪ ਉੱਠ ਕੇ ਸ਼ਹਿਰ ਚਲੇ ਜਾਈਏ ਤੇ ਸਾਨੂੰ ਕੋਈ ਉੱਥੇ ਕਹਿ ਦੇ ਤੂੰ ਇੱਥੇ ਕਿੱਥੇ ਆਣ ਕੇ ਫਸ ਗਿਆ, ਜੇ ਅੱਗ ਹੋਇਆ ਇੱਥੇ ਤੇ ਬੜਾ ਤੰਗ ਹੋ ਜਾਏਗਾ, ਇੱਥੇ ਤੂੰ ਰਹਿ ਹੀ ਨਹੀਂ ਸਕਣਾ। ਕਈ ਇਹੋ ਜਿਹੇ ਹੁੰਦੇ ਨੇ ਵੀ ਇਹ ਕਾਹਨੂੰ ਇੱਥੇ ਆ ਗਿਆ, ਕਿ ਇਦਾਂ ਦੇ ਵੀ ਹੁੰਦੇ ਨੇ। ਇਸੇ ਤਰ੍ਹਾਂ ਹੋਇਆ ਕਿ ਉਹ ਜਿਹੜੇ ਕੰਨ ਭਰਨ ਵਾਲੇ ਨੇ, ਇਦਾਂ ਦੀਆਂ ਗੱਲਾਂ ਕਰ ਕਰਕੇ ਜਿਹੜੇ ਬਾਹਰੋਂ ਆਏ ਸਿੱਖ ਨੇ ਉਹਨਾਂ ਦਾ ਨਿੱਚਾ ਉਹ ਥੜਕਾ ਰਹੇ ਨੇ, ਉਹਨਾਂ ਦੇ ਮਨ ਅੰਦਰ ਸ਼ੰਕਾ ਪੈਦਾ ਕਰ ਰਹੇ ਨੇ, ਉਹਨਾਂ ਦੇ ਅੰਦਰ ਨੂੰ ਡੁਲਾ ਰਹੇ ਹਨ ਜੀ। ਸ਼੍ਰੀ ਅਰਜਨ ਕੇ ਢਿਗ ਜਬ ਆਏ, ਹਾਥ ਜੋਰ ਮਿਲ ਸਭਨ ਸੁਨਾਏ। ਜਦੋਂ ਇਹਨਾਂ ਸਿੱਖਾਂ ਨੇ ਉਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਤੇ ਉਹ ਫਿਰ ਇਕੱਠੇ ਹੋ ਕੇ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਤੇ ਸਤਿਗੁਰਾਂ ਦੇ ਸਨਮੁਖ ਆਣ ਹੱਥ ਜੋੜ ਕੇ ਬੇਨਤੀ ਕਰਕੇ ਸਾਹਿਬ ਜੀ ਨੂੰ ਸਾਰਾ ਉਹਨਾਂ ਵਰਤਾਂਤ ਸੁਣਾਇਆ ਹੈ ਜੀ। ਸੁਣੀਏ ਹੈ ਗੁਰੂ ਗਰੀਬ ਨਵਾਜ, ਆਪ ਕਰਤ ਬੜ ਨਗਰ ਸਮਾਜ। ਕਹਿੰਦੇ ਨੇ ਇਹ ਸਤਿਗੁਰੂ, ਇਹ ਗਰੀਬ ਨਵਾਜ, ਭਗਤ ਵਛਲ ਸੱਚੇ ਪਾਤਸ਼ਾਹ, ਬੇਨਤੀ ਹੈ ਕਿ ਆਪ ਜੀ ਤਾਂ ਬਹੁਤ ਵੱਡਾ ਨਗਰ ਤਿਆਰ ਕਰ ਰਹੇ ਹੋ, ਆਪ ਜੀ ਤਾਂ ਮਹਾਨ ਨਗਰੀ ਵਸਾਉਣ ਲੱਗੇ ਹੋ ਤੇ ਕਹਿ ਵੀ ਰਹੇ ਹੋ ਕਿ ਬੜੀ ਘੁੱਗ ਵਸੇਗੀ ਜੀ। ਸ਼੍ਰੀ ਮੁਖ ਵਾਕ ਮਹਾ ਇਹ ਬਾਸੈ, ਲక్ష్ਮੀ ਥਿਰ ਹੈ ਅਨੂਪ ਪ੍ਰਕਾਸ਼। ਦਾਦਾ ਜੀ ਤੁਹਾਡਾ ਵਾਕ ਹੈ, ਤੁਹਾਡੇ ਮੁਖ ਦੇ ਇਹ ਬੋਲ ਨੇ ਕਿ ਇਹ ਨਗਰੀ ਘੁੱਗ ਵਸੇਗੀ, ਇਹਦਾ ਪਸਾਰਾ ਬਹੁਤ ਹੋਵੇਗਾ, ਇਹ ਬੜੀ ਫੈਲੇਗੀ, ਇੱਥੇ ਬੜੀਆਂ ਰੌਣਕਾਂ ਲੱਗ ਜਾਣਗੀਆਂ, ਇੱਥੇ ਭਾਰੀ ਗਿਣਤੀ ਵਿੱਚ ਲੋਕ ਤਰ੍ਹਾਂ ਦੀਆਂ ਕਿਰਤ ਕਰਨ ਵਾਲੇ ਆਣ ਕੇ ਰਹਿਣਗੇ। ਮਹਾਰਾਜ ਤੁਹਾਡੇ ਮੁਖ ਤੋਂ ਅਸਾਂ ਨੇ ਇਹ ਬਚਨ ਸੁਣੇ ਨੇ ਕਿ ਇੱਥੇ ਲక్ష్ਮੀ ਬਹੁਤ ਆਏਗੀ, ਧਨ ਬਹੁਤ ਆਏਗਾ, ਇੱਥੇ ਕਿਸੇ ਨੂੰ ਕੋਈ ਕਮੀ ਨਹੀਂ ਰਹੇਗੀ, ਅਨੁਪਮ ਪ੍ਰਕਾਸ਼ ਹੋਵੇਗਾ ਜੀ। ਅਪਰ ਪੂਰਨ ਕੇ ਨਰ ਵਿਵਹਾਰੀ, ਸਾਹਿਤ ਹਾਸ ਇਵ ਕਰਤੇ ਉਚਾਰੀ। ਪਰ ਮਹਾਰਾਜ ਕੁਝ ਹੋਰ ਨਗਰਾਂ ਦੇ ਜਿਹੜੇ ਕਾਰਵਾਰੀ ਲੋਕ ਨੇ ਉਹ ਤੇ ਮਜ਼ਾਕ ਉਡਾ ਰਹੇ ਨੇ, ਉਹ ਤੇ ਹਾਸਾ ਖਿਠਾਉਂਦੇ ਪਏ ਨੇ, ਉਹ ਤੇ ਸਾਨੂੰ ਹੋਰ ਹੀ ਗੱਲਾਂ ਦੱਸਦੇ ਪਏ ਨੇ, ਉਹ ਤੇ ਸਾਡਾ ਮਨ ਹੀ ਤੋੜੀ ਜਾਂਦੇ ਨੇ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਸਤਿਗੁਰੂ ਉਹ ਤਾਂ ਹਾਸੇ ਵਿੱਚ ਇਸ ਤਰ੍ਹਾਂ ਸਾਨੂੰ ਕਹਿੰਦੇ ਦੱਸਦੇ ਹਨ ਜੀ। ਕਹੂੰ ਦਿਸ਼ ਕੋ ਜਲ ਜਹ ਥਿਰ ਹੋਏ, ਕੈਸੇ ਤਹਾਂ ਬਸ ਹੋਗੇ ਕੋਏ। ਮਹਾਰਾਜ ਉਹ ਕਹਿੰਦੇ ਨੇ ਕਿ ਜਿਸ ਵੇਲੇ ਬਰਸਾਤ ਦੀ ਰੁੱਤ ਆਉਣੀ ਹੈ, ਇਹਦੇ ਆਲੇ ਦੁਆਲੇ ਚਾਰੇ ਪਾਸੇ ਨਗਰ ਦੇ ਜਲ ਹੀ ਜਲ ਜਿਹੜਾ ਉਹ ਖੜ ਜਾਣਾ ਤੇ ਤੁਸੀਂ ਇੱਥੇ ਕਿਵੇਂ ਰਹੋਗੇ? ਤੁਹਾਡਾ ਇੱਥੇ ਵਾਸਾ ਕਿੱਥੇ ਹੋਣਾ? ਤੁਸੀਂ ਨਿਵਾਸ ਨਹੀਂ ਕਰ ਪਾਓਗੇ, ਇਹ ਨਗਰ ਵਸਣਾ ਕੋਈ ਨਹੀਂ, ਇਤੋਂ ਸਾਰਿਆਂ ਨੇ ਆਸੇ ਪਾਸੇ ਫਿਰ ਤੁਰ ਜਾਣਾ ਹੈ ਜੀ। ਸਦਨ ਗਿਰੈ ਤਬ ਉਜਰ ਜੈ ਹੈ, ਬਸਨਹਾਰ ਇਤ ਉਤ ਦੁਖ ਪੈ ਹੈ। ਜਿਸ ਵੇਲੇ ਜਲ ਹੀ ਜਲ ਭਰ ਗਿਆ, ਪਾਣੀ ਸਾਰੇ ਪਾਸੇ ਹੋ ਗਿਆ, ਆ ਜਿਹੜੇ ਤੁਸੀਂ ਮਕਾਨ ਬਣਾ ਰਹੇ ਹੋ, ਘਰ ਬਣਾ ਰਹੇ ਹੋ,
ਇਹ ਸਾਰੇ ਗਿਰ ਜਾਣਗੇ, ਡਿੱਗ ਜਾਣਗੇ, ਫਿਰ ਉੱਜੜ ਜਾਣਗੇ, ਤੇ ਜਿਹੜੇ ਇੱਥੇ ਆਣ ਕੇ ਰਹਿਣਗੇ ਬੜਾ ਦੁੱਖ ਪਾਉਣਗੇ, ਕਿਉਂਕਿ ਜੋ ਆਪਣੇ ਘਰ ਦੂਰੋਂ ਛੱਡ ਕੇ ਆਉਣਗੇ ਨਾ ਉੱਥੇ ਜਾਣ ਜੋਗੇ ਰਹਿਣਗੇ ਤੇ ਨਾ ਇੱਥੇ ਰਹਿਣ ਜੋਗੇ ਰਹਿਣਗੇ ਜੀ। ਸੁਣ ਸਿੱਖਣ ਤੇ ਸਤਿਗੁਰ ਕਹਿਓ, ਜਿਮ ਚਾਹੁੰਦਿਸ ਜਲ ਆਵਤ ਲਹਿਓ। ਸਾਹਿਬ ਗੁਰ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਫਿਰ ਗੱਲ ਏਦਾਂ, ਬਚਨਾਂ ਤੇ ਕਰਿਓ ਵਿਸ਼ਵਾਸ। ਮਹਾਰਾਜ ਕਹਿੰਦੇ ਸੱਚੀ ਬਾਤ ਇਹ ਹੈ ਕਿ ਜਿਵੇਂ ਚਾਰੇ ਦਿਸ਼ਾਵਾਂ ਤੋਂ, ਚਾਰੇ ਪਾਸਿਆਂ ਤੋਂ ਮਹਾਰਾਜ ਕਹਿੰਦੇ ਜਲ ਇਸ ਨਗਰ ਵੱਲ ਆਉਂਦਾ ਹੈ ਜੀ। ਤਿਮ ਚਾਹੁੰਦਿਸ ਕੇ ਨਰ ਉਮਡਾਵੇਂ, ਬਸ ਬੇਹੇਤ ਨਗਰ ਇਸ ਆਵੇਂ। ਇਸੇ ਤਰ੍ਹਾਂ ਸਾਹਿਬ ਕਹਿੰਦੇ ਸਮਾਂ ਆਏਗਾ ਕਿ ਚਾਰੇ ਦਿਸ਼ਾਵਾਂ ਤੋਂ ਜਿਹੜੇ ਲੋਕ ਨੇ ਉਹ ਵੀ ਫਿਰ ਇੱਧਰ ਭੱਜੇ ਆਉਣਗੇ, ਇੱਥੇ ਆਣ ਕੇ ਰਹਿਣਾ ਆਰੰਭ ਕਰਨਗੇ, ਆਪਣਾ ਕਾਰੋਬਾਰ ਕਰਨਗੇ। ਜਿਵੇਂ ਉਹ ਕਹਿੰਦੇ ਨੇ ਨਾ ਕਿ ਇਹਦੇ ਚਾਰੇ ਪਾਸੇ ਜਾਲੀ ਜਲ ਭਰ ਜਾਂਦਾ ਹੈ, ਸਾਹਿਬ ਕਹਿੰਦੇ ਹੁਣ ਜਲ ਆਉਂਦਾ ਪਿਆ, ਸਮਾਂ ਆਏਗਾ ਚਾਰੇ ਪਾਸਿਆਂ ਤੋਂ ਮਨੁੱਖ ਹੋਣਗੇ, ਲੋਕ ਹੋਣਗੇ, ਇੱਥੇ ਆਣ ਕੇ ਆਪਣਾ ਨਿਵਾਸ ਕਰਨਗੇ, ਇਹ ਨਗਰ ਇਹਨਾਂ ਵਸੇਗਾ ਜੀ। ਬੜੇ ਯਤਨ ਤੇ ਸਦਨ ਸਥਾਨ, ਲੈ ਕਰ ਬਸ ਹੈ ਗਣ ਧਨਵਾਨ। ਹਜ਼ੂਰ ਜੀ ਕਹਿੰਦੇ ਕਦੇ ਐਸਾ ਸਮਾਂ ਵੀ ਆਵੇਗਾ ਵੀ ਇੱਥੇ ਰਹਿਣ ਨੂੰ ਥਾਂ ਨਹੀਂ ਮਿਲਣੀ, ਕਈਆਂ ਨੂੰ ਇਹ ਜਗ੍ਹਾ ਨਹੀਂ ਮਿਲਿਆ ਕਰਨੀ। ਮੇਰੇ ਸਾਹਿਬ ਨੇ ਕਿਹਾ ਬੜੇ ਬੜੇ ਧਨਵਾਨ ਲੋਕ ਇੱਥੇ ਆਣ ਕੇ ਉਹ ਆਪਣੇ ਘਰ ਬਣਾਉਣਗੇ, ਵਾਸਾ ਕਰਨਗੇ ਜੀ। ਬ੍ਰਿੰਦ ਨਰਨ ਕੋ ਰਿਜਕ ਮਹਾਨਾ, ਆਣ ਧਰਾਂਗੇ ਹਮ ਇਸ ਥਾਨ। ਬਹੁਤ ਮਨੁੱਖ ਅਨਾਜ ਅਤੇ ਹੋਰ ਪਦਾਰਥ ਲੈ ਕੇ ਇੱਥੇ ਆਉਣਗੇ। ਮਹਾਰਾਜ ਕਹਿੰਦੇ ਸਾਡੇ ਚਰਨਾਂ ਦੇ ਵਿੱਚ ਉਹ ਲਿਆ ਕੇ ਅਰਪਣ ਕਰਨਗੇ। ਵੇਖਿਓ ਸਹੀ, ਇਹ ਤੇ ਅੰਨ ਤੇ ਧਨ ਦੇ ਅੰਬਾਰ ਅਤੇ ਢੇਰ ਲੱਗਿਆ ਕਰਨਗੇ ਜੀ। ਖੈਬੇ ਹੇਤੁ ਆਏ ਸਭ ਕੋਈ, ਆਣ ਥਾਨ ਤੇ ਪਾਏ ਨਾ ਜੋਈ। ਹਜ਼ੂਰ ਜੀ ਕਹਿਣ ਲੱਗੇ ਇੱਥੇ ਇੰਨੀਆਂ ਕੁ ਬਰਕਤਾਂ ਹੋਣਗੀਆਂ ਕਿ ਜਿਸ ਨੂੰ ਕਿਧਰੇ ਖਾਣ ਨੂੰ ਕਿਧਰੋਂ ਥਾਂ ਨਹੀਂ ਮਿਲਿਆ, ਭੁੱਖਾ ਕਈਆਂ ਪਾਸਿਆਂ ਤੇ ਭਟਕਿਆ ਫਿਰਿਆ, ਜਿਹਨੂੰ ਕਿਧਰੋਂ ਖਾਣ ਦੇ ਲਈ ਇੱਕ ਗਰਾਈ ਨਹੀਂ ਮਿਲੀ, ਜਦੋਂ ਇੱਥੋਂ ਆਏਗਾ ਤਾਂ ਰੱਜ ਕੇ ਉਹਨੂੰ ਪ੍ਰਸ਼ਾਦਾ ਮਿਲੇਗਾ। ਪਿਆਰਿਓ, ਤਾਂ ਹੀ ਸਿਆਣੇ ਕਹਿੰਦੇ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਐਸੀ ਨਗਰੀ ਹੈ ਕਿ ਜਿੱਥੇ ਰਾਤ ਨੂੰ ਕੋਈ ਭੁੱਖਾ ਨਹੀਂ ਸੌਂਦਾ ਜੀ। ਉੱਥੇ ਹਰ ਇੱਕ ਨੂੰ ਪ੍ਰਸ਼ਾਦਾ ਪਾਣੀ ਮਿਲਦਾ ਹੈ। ਹੈਰਾਨ ਹੋ ਜਾਈਦਾ ਪਿਆਰਿਓ, ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿੱਚ ਜਦੋਂ ਐਤਵਾਰ ਗੁਰਪੁਰਬ ਸੰਗਰਾਂਦ ਹੋਵੇ ਤੇ ਫਿਰ ਤੇ ਲੱਖਾਂ ਨੂੰ ਸੰਗਤ ਟੱਪ ਜਾਂਦੀ ਹੈ ਜੀ। ਉੱਥੇ ਜਿਹੜੇ ਲੰਗਰ ਛਕਣ ਵਾਲੇ ਨੇ, ਪਰ ਕਦੇ ਕਿਸੇ ਨੇ ਇਹ ਨਹੀਂ ਆਖਿਆ ਕਿ ਤੂੰ ਤੇ ਰੋਜ਼ ਇੱਥੇ ਆਣ ਕੇ ਛਕਣਾ, ਨਾ ਉੱਥੇ ਇਹ ਨਹੀਂ ਆਖਿਆ ਤੂੰ ਤੇ ਬਾਹਰ ਰਿਕਸ਼ਾ ਚਲਾਉਣਾ ਤੇ ਲੰਗਰ ਇੱਥੇ ਆਣ ਕੇ ਛਕਣਾ, ਤੂੰ ਦਿਹਾੜੀ ਉੱਥੇ ਕਰਨਾ, ਪ੍ਰਸ਼ਾਦਾ ਇੱਥੇ ਛਕਣਾ, ਨਾ ਜੀ। ਧੰਨ ਗੁਰੂ ਰਾਮਦਾਸ ਐਸੀ ਕਿਰਪਾ ਵਰਤ ਰਹੀ ਹੈ ਜੀ, ਉੱਥੇ ਕੋਈ ਭੁੱਖਾ ਨਹੀਂ ਸੌਂਦਾ ਹੈ ਜੀ। ਗੁਰਪੁਰ ਦਿਨ ਪ੍ਰਤੂ ਵਧੇ ਵਿਸਾਲਾ, ਕਰੇ ਵਾਸ ਨਰ ਸਦਾ ਸੁਖਾਲਾ। ਮਹਾਰਾਜ ਕਹਿੰਦੇ ਇਸ ਗੁਰੂ ਕੀ ਨਗਰੀ ਦੇ ਵਿੱਚ ਦਿਨ ਪ੍ਰਤੀ ਦਿਨ ਆਉਣ ਵਾਲਿਆਂ ਦੀ ਗਿਣਤੀ ਬਹੁਤ ਵਧੇਗੀ, ਪਰ ਜਿਹੜਾ ਇੱਕ ਵਾਰੀ ਇੱਥੇ ਆਣ ਕੇ ਵਸੇਗਾ ਦੁਬਾਰਾ ਪਰਤ ਕੇ ਫਿਰ ਹੋਰ ਕਿਧਰੇ ਨਹੀਂ ਜਾਏਗਾ, ਹੋਰ ਕਿਤੇ ਜਾ ਕੇ ਉਹਦਾ ਮਨ ਟੇਕੇਗਾ ਨਹੀਂ। ਕਰੇ ਵਾਸ ਨਰ ਸਦਾ ਸੁਖਾਲਾ, ਜਿਹੜੇ ਇੱਥੇ ਆਣ ਕੇ ਵਾਸਾ ਕਰਨਗੇ ਮਹਾਰਾਜ ਕਹਿੰਦੇ ਸਦਾ ਉਹ ਸੁਖ ਪਾਵਣਗੇ ਜੀ। ਜੀਵਤ ਸਿਮਰਹਿ ਹਿਰਦੈ ਗੋਬਿੰਦ, ਹਰ ਮੰਦਰ ਮਹਿ ਹੋਏ ਕਰ ਬ੍ਰਿੰਦ। ਉਹ ਸਾਰੇ ਜਿਉਂਦੇ ਜੀ ਮਹਾਰਾਜ ਕਹਿੰਦੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਇਕੱਠੇ ਹੋਇਆ ਕਰਨਗੇ, ਇੱਥੇ ਆਣ ਕੇ ਗੋਬਿੰਦ ਦਾ ਨਾਮ ਜਪਿਆ ਕਰਨਗੇ, ਸਿਮਰਨ ਕਰਿਆ ਕਰਨਗੇ। ਇੱਥੇ ਭਗਤੀ ਅਤੇ ਪਦਾਰਥਾਂ ਦੀਆਂ ਲੰਗਰ ਦਾ ਜਿਹੜਾ ਪ੍ਰਵਾਹ ਉਹ ਚੱਲਦਾ ਰਹੇਗਾ ਜੀ। ਕਰਹਿ ਜੀਵ ਕਾ ਬਸ ਗੁਰਪੁਰ ਮੈਂ, ਸਤਿਗੁਰ ਸ਼ਬਦ ਧਾਰ ਕਰ ਉਰ ਮੈਂ। ਸਤਿਗੁਰੂ ਜੀ ਦੀ ਨਗਰੀ ਵਿੱਚ ਵਸ ਕੇ ਪਿਆਰੇ ਮਹਾਰਾਜ ਕਹਿੰਦੇ ਇੱਥੇ ਆਉਣਗੇ ਲੋਕ, ਆਪਣੀ ਜੀਵਕਾ ਤੋਰਨਗੇ, ਆਪਣਾ ਕਾਰ ਵਿਹਾਰ ਕਰਨਗੇ, ਆਪਣੇ ਪਰਿਵਾਰ ਦੀ ਪਰਵਰਿਸ਼ ਦੇ ਲਈ ਉਹ ਜਿਹੜਾ ਵੀ ਕਿਰਤ ਕਰੇਗਾ ਮਹਾਰਾਜ ਕਹਿੰਦੇ ਉਹਦੀ ਕਮਾਈ 'ਚ ਬਰਕਤਾਂ ਪੈਣਗੀਆਂ।
ਸਤਿਗੁਰ ਸ਼ਬਦ ਧਾਰ ਕੋ ਔਰ ਉਰਮੈ, ਤੇ ਸਤਿਗੁਰ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਵਣਗੇ ਜੀ। ਅੰਤ ਸਮੈ ਗਤ ਪਾਏ ਸੁਖਾਰੇ, ਦੋਏ ਲੋਕਨ ਕੇ ਕਾਰਜ ਸਾਰੇ। ਜਿਉਂਦੇ ਜੀ ਉਹ ਆਣ ਕੇ ਸੇਵਾ ਕਰਨਗੇ, ਭਗਤੀ ਕਰਨਗੇ, ਨਾਮ ਜਪਣਗੇ, ਤੇ ਜਿਸ ਵੇਲੇ ਇਸ ਸੰਸਾਰ ਤੋਂ ਜਾਣਗੇ, ਮਹਾਰਾਜ ਕਹਿੰਦੇ ਅੰਤ ਸਮੇਂ ਸ਼ੁਭ ਗਤੀ ਨੂੰ ਪ੍ਰਾਪਤ ਕਰਨਗੇ। ਰੱਬ ਦੇ ਘਰ ਉਹਨਾਂ ਨੂੰ ਥਾਂ ਮਿਲੇਗੀ। ਦੋਨਾਂ ਲੋਕਾਂ ਦੇ ਆਪਣੇ ਕਾਰਜ ਉਹ ਸਵਾਰ ਲੈਣਗੇ, ਇਸ ਲੋਕ ਦੇ ਵੀ ਅਤੇ ਪਰਲੋਕ ਦੇ ਵੀ। ਨਿੰਦਕ ਦੁਸ਼ਟ ਬਿਲੋਕ ਨ ਸਕਈ, ਦੁਖੀ ਹੋਤ ਪਰ ਸੁਖ ਕੋ ਤਕਈ। ਤੇ ਮਹਾਰਾਜ ਕਹਿੰਦੇ ਨੇ ਆ ਜਿਹੜੇ ਤੁਹਾਨੂੰ ਆਣ ਕੇ ਕਹਿ ਰਹੇ ਨਾ ਵੀ ਇਹ ਨਗਰ ਰਹਿਣਾ ਨਹੀਂ, ਜਲ ਭਰ ਜਾਂਦਾ ਹੈ, ਇਹ ਤੇ ਉੱਜੜ ਜਾਣਾ। ਸਤਿਗੁਰ ਕਹਿੰਦੇ ਸਿੱਖੋ ਨਿੰਦਕ ਨੇ, ਉਹ ਦੁਸ਼ਟ ਨੇ, ਉਹ ਕਹਿੰਦੇ ਨੇ ਇਸ ਨਗਰੀ ਦੀ ਪ੍ਰਫੁੱਲਤਾ, ਇਹਦੀ ਰੌਣਕ, ਇਸ ਘਰ ਦੀਆਂ ਜਿਹੜੀਆਂ ਬਰਕਤਾਂ ਨੇ ਵੇਖ ਕੇ ਸੜਦੇ ਪਏ ਨੇ, ਉਹਨਾਂ ਕੋਲ ਜ਼ਰਿਆ ਨਹੀਂ ਜਾ ਰਿਹਾ। ਦੁਖੀ ਹੋਤ ਪਰ ਸੁਖੋ ਤਕਈ, ਤੇ ਦੂਸਰੇ ਦਾ ਸੁੱਖ ਦੇ ਕੇ ਤੇ ਉਹ ਦੁਖੀ ਹੋਈ ਜਾ ਰਹੇ ਨੇ। ਕਾਰਨ ਵਿੱਚੋਂ ਇਹ ਹੈ, ਮਹਾਰਾਜ ਕਹਿੰਦੇ ਅਸਲ ਹਕੀਕਤ ਇਹ ਹੈ ਕਿ ਇਨਸਾਨ ਆਪਣੇ ਦੁੱਖਾਂ ਕਰਕੇ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਸਰੇ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੋ ਜਾਂਦਾ ਹੈ। ਆਪਣੇ ਦੁੱਖਾਂ ਦਾ ਇਹਨੂੰ ਦੁੱਖ ਨਹੀਂ, ਦੁੱਖ ਇਸ ਗੱਲ ਦਾ ਕਿ ਫਲਾਣਾ ਕਿਉਂ ਇੰਨਾ ਸੁਖੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਇਹ ਏਦਾਂ ਦੀਆਂ ਗੱਲਾਂ ਕਰਦੇ ਨੇ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜਦੋਂ ਇਹਨਾਂ ਸਿੱਖਾਂ ਨੂੰ ਪਿਆਰ ਇਸ ਥਾਂ ਦੀਆਂ ਨਗਰੀ ਦੀਆਂ ਹੋਰ ਬਰਕਤਾਂ ਬਾਰੇ ਦੱਸਦੇ ਨੇ, ਸਾਰੇ ਸਿੱਖ ਰਹਿਣ ਦੇ ਲਈ ਤਿਆਰ ਹੋ ਜਾਂਦੇ, ਰੌਣਕਾਂ ਲੱਗ ਜਾਂਦੀਆਂ। ਪਿਆਰ ਵਾਲੇ ਸਿੱਖ ਆਣ ਕੇ ਫਿਰ ਕਿਵੇਂ ਗੁਰੂ ਦੀਆਂ ਖੁਸ਼ੀਆਂ ਮਾਣਦੇ ਨੇ। ਆਉਣ ਵਾਲੇ ਦੀਵਾਨਾਂ ਅੰਦਰ ਆਪ ਜੀ ਨੇ ਸਰਵਣ ਕਰਨਾ, ਇੰਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।